ਮੇਰੀ ਮਾਤਾ ਜੀ ਸਿਮਰਨਜੀਤ ਸਿੰਘ ਮਾਨ ਦੇ ਘਰੇ ਗਈ ਆ, ਦੇ ਫਾਦਰ ਸਾਹਿਬ ਨੇ ਮੀਟਿੰਗ ਸੱਦੀ ਜੋਗਿੰਦਰ ਸਿੰਘ ਤਲਾਨੀਆ ਜੀ। ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਚਰਨਜੀਤ ਸਿੰਘ ਵਾਲੀਏ ਨੂੰ ਬਿਠਾ ਲਓ। ਮਾਨ ਸਾਹਿਬ ਦੇ ਘਰੋਂ ਮਾਨ ਸਾਹਿਬ ਦੇ ਪਿਤਾ ਤੇ ਇਹਦੇ ਜੀਜੇ ਨੇ ਟੈਡੀ ਨੇ ਧੱਕੇ ਮਾਰ ਕੇ ਮੇਰੀ ਮਾਤਾ ਨੂੰ ਬਾਹਰ ਕੱਢਿਆ, ਤਾਰਾਂ ਤੋਂ ਉੱਪਰੋਂ ਸੁੱਟਿਆ, ਪੂਰੀ ਛਿੱਲੀ ਗਈ ਜੀ। ਔਰ KPS ਗਿੱਲ ਆਇਆ ਇੰਟਰਵਿਊ ਖੁਦ ਆਇਆ, KPS ਗਿੱਲ ਆਇਆ, ਉਹਨਾਂ ਨੇ ਕੀਤੀ, ਉਹਨਾਂ ਦੀ ਯੋਗੀ ਕਹਿੰਦੇ ਨਹੀਂ ਮੰਨ ਨਹੀਂ ਸਕਦੇ। ਉਹਨੇ ਫਿਰ ਚਰਨਜੀਤ ਤਲਵੰਡੀ ਨੂੰ ਮੇਰੇ ਮੂੰਹ ਤੇ ਲੈ ਆਉਂਦਾ, ਜਿਸ ਵੇਲੇ ਬਨੂੜ ਮੁਕਾਬਲੇ ਲਈ ਲਿਆਏ। ਦੇਖੋ ਕੰਟਰਾਡਿਕਸ਼ਨ ਇੰਨੀ ਜ਼ਿਆਦਾ ਹੈਗੀ ਹੈ ਪੰਜਾਬ ਪੁਲਿਸ ਵਿੱਚ, ਆਪਸੀ ਲੜਾਈਆਂ ਇੰਨੀਆਂ ਜ਼ਿਆਦਾ ਸੀ। ਜਿੱਥੇ ਆ ਮੈਨੂੰ ਮੁਕਾਬਲਾ ਕਰਨ ਲਈ ਲੈ ਕੇ ਆਏ, ਉੱਥੇ ਆਲਰੇਡੀ ਇੱਕ ਬੰਦੇ ਦਾ ਮੁਕਾਬਲਾ ਪਹਿਲਾਂ ਬਣਾ ਚੁੱਕੇ ਸੀ। ਹਲੇ ਆ ਮੈਨੂੰ ਖੜਾ ਕਰ ਰਹੇ ਸੀ, ਉੱਥੇ ਗੋਲੀਆਂ ਚੱਲ ਰਹੀਆਂ ਸੀ, ਇਹ ਘਬਰਾ ਕੇ ਭੱਜ ਗਏ। ਤੇ ਪੰਜਾਬ ਵਿੱਚ ਤੇ ਪੂਰੇ ਭਾਰਤ ਵਿੱਚ ਨਹੀਂ, ਪੂਰੇ ਸੰਸਾਰ ਵਿੱਚ ਖਾਲਿਸਤਾਨ ਲਈ ਵੋਟ ਮੰਗਣ ਵਾਲਾ ਮੈਂ ਪਹਿਲਾ ਵਿਅਕਤੀ ਹਾਂ। ਫਿਰ ਪੰਜਾਬ ਪੁਲਿਸ ਤੋਂ ਰਿਟਰਨ ਵਿੱਚ ਲੈ ਲੈਣਾ ਕਿ ਖਾਲਿਸਤਾਨ ਲਈ ਪੀਸਫੁਲੀ ਕੰਮ ਕਰਨਾ ਕੋਈ ਗੁਨਾਹ ਨਹੀਂ ਹੈ। ਪੰਜਾਬ ਵਿੱਚ ਤੇ ਸਿੱਖਾਂ ਵਿੱਚ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨੂੰ ਸਰਕਾਰੇ ਖਾਲਸਾ ਮੰਨਿਆ ਜਾਂਦਾ, ਜਦਕਿ ਉਹ ਸਰਕਾਰੇ ਖਾਲਸਾ ਵਾਲਾ ਸ਼ਾਸਨ ਕਾਲ ਨਹੀਂ ਸੀ, ਉਹ ਤਾਨਾਸ਼ਾਹੀ ਸੀ। ਤੇ ਮੈਨੂੰ ਨਹੀਂ ਸਮਝ ਆ ਰਹੀ ਕਿ ਸਿੱਖ ਕਮਿਊਨਿਟੀ ਇੰਨੀ ਜ਼ਿਆਦਾ ਵਰਗਲਾਈ ਕਿਉਂ ਹੋਈ ਹੈ। ਸਿੱਖ ਫਾਰ ਜਸਟਿਸ ਦੇ ਕਹਿਣ ਤੇ ਰੈਫਰੈਂਡਮ ਕਿੰਨੇ ਕਰਾ ਦੇਣਾ, ਉਹ 2020 ਵੀ ਨਿਕਲ ਗਿਆ, 2021 ਵੀ ਨਿਕਲ ਗਿਆ, 22 ਵੀ ਨਿਕਲ ਜਾਏਗਾ। ਇਹ ਤਾਂ ਪੂਰੀ ਜ਼ਿੰਦਗੀ ਉਹਨਾਂ ਨੇ ਪੈਸੇ ਕਮਾਉਣ ਵਾਲੇ ਕੰਮ ਕਰਨੇ ਆ। ਮੈਂ ਜ਼ਿੰਦਗੀ 'ਚ ਖਾਲਿਸਤਾਨ ਲਈ ਜੰਮਿਆ ਸੀ ਜੀ, ਖਾਲਿਸਤਾਨ ਲਈ ਹੀ ਮਰਾਂਗਾ। ਸਹੀ ਗੱਲ। ਖਾਲਸੇ ਦਾ ਅਸਲ ਸਿਸਟਮ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਵਾਪਸੀ ਤੇ ਮਤਲਬ ਮੈਨੂੰ ਪੈਰਾਂ ਹੀ ਸੁੱਟਿਆ ਹੋਇਆ ਜੀ, ਉੱਪਰ ਪੈਰ ਰੱਖੇ ਹੋਏ ਆ, ਬਣਿਆ ਹੋਇਆ ਸੀ ਵਾਇਰਲੈਸ ਤੇ ਪੁੱਛ ਰਿਹਾ ਬਈ ਉੱਥੇ ਤਾਂ ਫਿਰ ਇਹਨੂੰ ਹੈੱਡਕੁਆਟਰ ਤੋਂ ਆ ਰਿਹਾ, ਨਹੀਂ ਉੱਥੇ ਤਾਂ ਯਾਰ ਫਲਾਣੇ ਬੰਦੇ ਨੂੰ ਮੁਕਾਬਲੇ 'ਚ ਮਾਰਨਾ ਸੀ, ਤੂੰ ਸਾਨੂੰ ਦੱਸ ਕੇ ਕਿਉਂ ਨਹੀਂ ਗਿਆ। ਮੈਂ ਵਾਇਰਲੈਸ ਖੁਦ ਸੁਣੀ ਹੈ। ਜਿਹੜੇ ਦੂਜੇ ਉਮੀਦਵਾਰ ਸੀਗੇ ਬਾਬਾ ਅਕਾਲੀ ਦਲ ਦੇ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ, ਈਵਨ ਕਾਂਗਰਸ ਦਾ ਵਿਨੋਦ ਸ਼ਰਮਾ ਸੀ, ਉਹਦੀ ਵੀ ਜ਼ਮਾਨਤ ਜ਼ਬਤ ਹੋਈ ਜੀ ਮੇਰੇ ਖਿਲਾਫ। ਪਟਿਆਲੇ ਦੀ ਇੱਕੋ ਇੱਕ ਇਲੈਕਸ਼ਨ ਹੈ, ਆਉਣ ਵਾਲੇ ਸਮੇਂ ਤੱਕ ਪਤਾ ਨਹੀਂ ਕਦੋਂ ਤੱਕ ਰਿਕਾਰਡ ਰਹੇਗਾ। ਇੰਡੀਅਨ ਇੰਡੀਪੈਂਡੈਂਟ, ਬਿਫੋਰ ਇੰਡੀਪੈਂਡੈਂਟ ਤੇ ਆਫਟਰ ਇੰਡੀਪੈਂਡੈਂਟ ਹਿਸਟਰੀ 'ਚ ਜੀ ਇਕੱਲਾ ਮੈਂ ਕੈਦੀ ਹਾਂ ਜੀ, ਜਿਸ ਤੇ ਤਿਹਾੜ ਜੇਲ੍ਹ ਵਿੱਚ ਇਹਨਾਂ ਨੇ ਤਮਿਲਨਾਡੂ ਆਰਮ ਪੁਲਿਸ ਦੀ ਪੂਰੀ ਕੰਪਨੀ ਤੈਨਾਤ ਕੀਤੀ। ਅੱਛਾ। ਜੇਲ੍ਹ ਦੇ ਅੰਦਰ ਆਰਮ ਪੁਲਿਸ। ਉਹਨਾਂ ਦਿਨਾਂ ਵਿੱਚ ਜੀ 89 ਵਿੱਚ ਲਗਭਗ 36 ਲੱਖ ਰੁਪਈਆ ਖਰਚ ਕੇ ਇਹਨਾਂ ਨੇ ਅਦਾਲਤ ਬਣਾਈ ਜੀ। ਔਰ ਆ ਪਹਿਲਾ ਕੇਸ ਆ ਮੇਰਾ, ਦੇਖੋ ਬਿਫੋਰ ਇੰਡੀਪੈਂਡੈਂਟ ਵੀ ਐਸਾ ਨਹੀਂ ਜੀ ਹੋਇਆ ਕਿ ਜੇਲ੍ਹ ਦੇ ਅੰਦਰ ਇੱਕ ਮੁਲਜ਼ਮ ਤੇ ਸੁਣਵਾਈ ਵਾਸਤੇ ਸਪੈਸ਼ਲ ਅਦਾਲਤ ਬਣੇ, ਕਮਰੇ ਬਣਨ ਤੇ ਜੱਜ ਨਿਯੁਕਤ ਹੋਏ। ਜੇ ਦੁਸ਼ਮਣ ਸਾਡੇ 'ਚ ਇਨਫਿਲਟਰੇਟ ਕਰ ਸਕਦਾ, ਅਸੀਂ ਦੁਸ਼ਮਣ 'ਚ ਕਿਉਂ ਨਹੀਂ ਕਰ ਸਕਦੇ। ਮੈਂ ਇਨਫਿਲਟਰੇਟ ਕੀਤਾ ਹੋਇਆ ਸੀ ਦੁਸ਼ਮਣ 'ਚ, ਮੈਂ ਅੱਜ ਤੱਕ ਕੀਤਾ ਹੋਇਆ। ਮੈਂ ਠੋਕ ਕੇ ਕਹਿੰਦਾ ਮੈਂ ਕੀਤਾ ਹੋਇਆ। ਕੀ ਹੁੰਦਾ ਦਿੱਲੀ 'ਚ ਪੰਜਾਬ ਨਮਿਤ, ਕੀ ਹੁੰਦਾ ਚੰਡੀਗੜ੍ਹ 'ਚ ਪੰਜਾਬ ਨਮਿਤ, ਮੈਨੂੰ ਪਹਿਲਾਂ ਪਤਾ ਹੁੰਦਾ ਕਿ ਬਈ ਹੁਣ ਇਹ ਪਾਲਿਸੀ ਆਉਣ ਵਾਲੀ ਹੈ। ਠੋਕ ਕੇ ਕਹਿ ਰਿਹਾ ਮੈਂ ਅੱਜ ਵੀ ਤੁਹਾਡੇ ਸਾਹਮਣੇ ਆਉਣ, ਕਿਉਂਕਿ ਇਹ ਗੱਲਾਂ ਛੁਪਾਉਣ, ਮੈਂ ਪੋਲੀਟੀਕਲ ਆਈ ਜਾਂ ਮੈਂ ਡੈਮੋਕ੍ਰੈਟਿਕ ਸਿਸਟਮ ਵਿੱਚ ਰਹਿ ਰਿਹਾ, ਮੈਂ ਇੱਕ ਲੀਡਰ ਹਾਂ। ਤੁਹਾਨੂੰ ਵੀ ਹੱਕ ਹੈਗਾ, ਮੈਨੂੰ ਵੀ ਹੱਕ ਹੈਗਾ ਆਪਣੀ ਆਵਾਜ਼ ਬੁਲੰਦ ਕਰਨ ਦਾ। ਇਹ ਨਹੀਂ ਮੰਨੇ। ਖਰੜ ਦੇ ਦਾਊ ਪਿੰਡ ਵਿੱਚ ਹੁਸਨ ਸਿੰਘ ਹੁਸਨਾ ਰੰਗਰੇਟਾ ਖਾਲਿਸਤਾਨ ਫੋਰਸ ਦਾ ਚੀਫ ਰਹਿੰਦਾ ਸੀ ਜੀ। ਉਸ ਦੇ ਟਿਕਾਣੇ ਤੇ 3 ਦਿਨਾਂ ਅਸੀਂ ਮੀਟਿੰਗ ਕੀਤੀ ਕਿ ਬਈ ਇਹਨਾਂ ਬੰਦਿਆਂ ਨੂੰ ਲੈ ਕੇ ਆ ਜਾਓ। ਇਹਨਾਂ ਬੰਦਿਆਂ ਨੇ ਸਾਰਾ ਕੁਝ ਤਾਰ ਪੀਡੋ ਕਰਾਇਆ। ਮੈਨੂੰ ਕਿਹਾ ਗਿਆ ਜੇ ਤੂੰ ਝੂਠਾ ਸਾਬਤ ਹੋਇਆ ਤੈਨੂੰ ਗੋਲੀ ਮਾਰ ਦਾਂਗੇ। ਮੈਂ ਕਿਹਾ ਜੀ ਜੇ ਮੈਂ ਸੱਚਾ ਸਾਬਤ ਹੋਇਆ, ਦੋਸ਼ੀ ਕਰਾਰ ਦੇ ਦਿੱਤੇ, ਫਿਰ ਉਹਨਾਂ ਨੂੰ ਵੀ ਮਾਰੋਗੇ। ਕਹਿੰਦੇ ਹਾਂ ਜੀ ਮਾਰਾਂਗੇ। ਅਸੀਂ ਨਿਹੱਥੇ ਗਏ ਜੀ, 4 ਬੰਦੇ, ਅਸੀਂ 4 ਬੰਦੇ ਜਿਉਂਦੇ ਆ ਜਿਹੜੇ ਗਏ ਉੱਥੇ। ਕੌਣ ਕੌਣ ਸੀ? 10 ਸੀ ਮੈਂ। 3 ਬੰਦਿਆਂ ਦੇ ਉਸ ਵੇਲੇ ਅਸੀਂ ਜੋ ਨਾਂ ਰੱਖੇ ਹੋਏ ਸੀ ਮੈਂ ਉਹ ਨਾਂ ਦੱਸ ਦਿੰਦਾ। ਹੁਣ ਉਹ ਆਪਣੇ ਅਸਲ ਨਾਵਾਂ ਵਿੱਚ ਆਪਣੇ ਉਹ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਵਾਉਣਾ ਚਾਹੁੰਦਾ। ਤਖਤ ਸਿੰਘ ਤਖਤਾ, ਠੀਕ ਹੈ ਜੀ। ਉਸ ਤੋਂ ਬਾਅਦ ਸਾਡਾ ਸੀ ਉਹਨੂੰ ਅਸੀਂ ਕਹਿੰਦੇ ਸੀ ਸੇਖਵਾਂ, ਠੀਕ ਹੈ ਜੀ। ਤੇ ਇੱਕ ਸੀ ਸਾਡਾ ਵਕੀਲ, ਉਹਦਾ ਨਾਂ ਹੀ ਅਸੀਂ ਵਕੀਲ ਰੱਖਿਆ ਹੋਇਆ ਸੀ। ਚੌਥਾ ਮੈਂ ਬੈਠਾ ਨੇ। ਉਹ ਤਿੰਨੋਂ ਜਿਉਂਦੇ ਨੇ। ਇੱਕ ਸਰਕਾਰੀ
ਨੌਕਰੀ 'ਚ ਅਸੀਂ ਲਵਾਇਆ ਬਾਅਦ ਵਿੱਚ, ਠੀਕ ਹੈ ਜੀ। ਇੱਕ ਪ੍ਰਾਈਵੇਟ ਕੰਮ ਕਰ ਰਿਹਾ ਆਪਣਾ, ਇੱਕ ਬਾਅਦ ਵਿੱਚ ਬੱਬਰ ਅਕਾਲੀ ਦਲ ਨਾਲ ਜਾ ਕੇ ਜੁੜ ਗਿਆ, ਪਰ ਦਾਸ ਨਾਲ ਉਹ ਸਹਿਮਤ ਹੈ ਹਲੇ ਵੀ। ਮੈਂ ਦੱਸਣਾ ਚਾਹੁੰਦਾ ਵੀ ਅਸੀਂ ਗਏ, ਅਸੀਂ ਉਹਨਾਂ ਨੂੰ ਜਿਹੜੇ ਝੂਠੇ ਬੰਦੇ ਸੀ ਉਹਨਾਂ ਨੂੰ ਮੂੰਹ ਤੇ ਝੂਠਾ ਸਾਬਤ ਕੀਤਾ, ਉਹ ਮੰਨੇ ਜੀ ਕਿ ਹਾਂ ਜੀ ਸਾਡੇ ਕੋਲੋਂ ਇਹ ਗਲਤੀ ਹੋ ਗਈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਵੀ ਇਹ ਪੇਪਰ ਉਹ ਬੰਦਾ ਸਰਕਾਰ ਤੱਕ ਪਹੁੰਚਾਏਗਾ, ਠੀਕ ਹੈ ਨਾ ਜੀ। ਮੈਂ ਕਿਹਾ ਜੀ ਹੁਣ ਕਰ ਲਓ ਫੈਸਲਾ। ਫਿਰ ਕਹਿੰਦੇ ਚਲੋ ਜੀ ਤੁਹਾਡੀ ਗੱਲ ਮੰਨ ਲਈ ਜੀ, ਹੁਣ ਕੀ? ਮੈਂ ਕਿਹਾ ਜੀ ਹੁਣ ਹੈ ਕਿ ਮੈਂ ਤੁਹਾਡੇ ਨਾਲ ਨਹੀਂ ਤੁਰ ਸਕਦਾ। ਤੇ ਹੁਣ ਜਦ ਤੁਸੀਂ ਜਾਂ ਤਾਂ ਪੰਥਕ ਕਮੇਟੀਆਂ ਭੰਗ ਕਰੋ, ਪੋਲੀਟੀਕਲ ਪਾਰਟੀ ਹੁਣ ਵੀ ਬਣਾ ਸਕਦੇ ਹੋ, ਪਰ ਤੁਹਾਨੂੰ ਸਰਕਾਰ ਨੇ ਹੁਣ ਪੰਥਕ ਕਮੇਟੀਆਂ ਭੰਗ ਨਹੀਂ ਕਰਨ ਦੇਣੀਆਂ, ਮੈਂ ਮੂੰਹ ਤੇ ਕਹਿ ਰਿਹਾ ਤੁਹਾਨੂੰ। ਜਾਂ ਤਾਂ ਅੱਜ ਫੈਸਲਾ ਕਰੋ ਬਈ ਅਸੀਂ ਸਾਰੀਆਂ ਪੰਥਕ ਕਮੇਟੀਆਂ ਭੰਗ ਕੀਤੀਆਂ, ਤੇ ਜਦੋਂ ਪੰਥਕ ਕਮੇਟੀਆਂ ਹੋਣ ਚਾਹੁੰਦੀਆਂ ਡਾਕਟਰ ਵਾਲੀਆ, ਉਦੋਂ ਆਉਂਦੇ ਫਰੇਮ 'ਚ? ਕਿਹੜੇ ਡਾਕਟਰ ਵਾਲੀਆ ਜੀ? ਸੋਹਣ ਸਿੰਘ ਵਾਲੀਆ। ਸੋਹਣ ਸਿੰਘ, ਹਾਂਜੀ, ਇਹ ਉਦੋਂ ਆਉਂਦੇ ਆ। ਇਹਨਾਂ ਰਾਹੀਂ ਹੀ ਸਾਰਾ ਕੁਝ ਤਾਰਪੀਡੋ ਹੋਇਆ ਜੀ। ਬੜੀ ਕਲੀਅਰ ਔਰ ਬੜੀ ਸਪਸ਼ਟ ਗੱਲ ਹੈਗੀ ਹੈ। ਤੇ ਦੂਸਰਾ ਤਾਰਪੀਡੋ ਕਰਨ ਵਾਲੇ ਸੀ ਭਾਈ ਜਸਵੀਰ ਸਿੰਘ ਰੋਡੇ। ਤੀਸਰਾ ਤਾਰਪੀਡੋ ਕਰਨ ਵਾਲਾ ਸੀ ਜਿਹਨੇ ਮੈਨੂੰ ਵੀ ਪੜਵਾਇਆ, ਚਰਨਜੀਤ ਸਿੰਘ ਤਲਵੰਡੀ, ਤਲਵੰਡੀ ਦਾ ਭਤੀਜਾ। ਜਗਦੇਵ ਸਿੰਘ ਤਲਵੰਡੀ ਦਾ। ਜਗਦੇਵ ਸਿੰਘ ਤਲਵੰਡੀ ਦਾ ਭਤੀਜਾ। ਇਹ ਉਸ ਵੇਲੇ ਦੀਆਂ ਸੱਚਾਈਆਂ ਨੇ। ਤੁਹਾਡੀ ਗ੍ਰਿਫਤਾਰੀ ਕਿਵੇਂ ਹੁੰਦੀ ਹੈ? ਮੈਂ ਦੱਸਿਆ ਚਰਨਜੀਤ ਸਿੰਘ ਤਲਵੰਡੀ ਨੇ ਮੋਹਾਲੀ ਤੋਂ ਹੀ ਕਰਵਾਈ, ਕਿਉਂਕਿ ਉਸ ਨੂੰ ਘਰੋਂ ਹੀ ਚੱਕਿਆ ਤੁਹਾਨੂੰ? ਨਹੀਂ ਜੀ, ਮੈਨੂੰ ਘਰੋਂ ਨਹੀਂ ਚੱਕਿਆ। ਇਹਨਾਂ ਨੂੰ ਬੜਾ ਡਰ ਸੀ ਜੀ ਕਿ ਮੇਰੇ ਕੋਲ ਸ਼ਾਇਦ ਬਹੁਤ ਅਸਲਾ ਹੋਏਗਾ, ਕਿਉਂਕਿ ਜਿਵੇਂ ਦੀਆਂ ਇਹਨਾਂ ਨੂੰ ਖਬਰਾਂ ਮਿਲਦੀਆਂ ਸੀ, ਜਿੰਨਾ ਕੁ ਵੱਡਾ ਮੇਰਾ ਦਾਇਰਾ ਸੀ, ਜਿੰਨੀਆਂ ਮੇਰੇ ਨਾਲ ਜਥੇਬੰਦੀਆਂ ਸੀ, ਤੇ ਇਹਨਾਂ ਨੂੰ ਸੀ ਕਿ ਵੀ ਇਹਦੇ ਘਰ ਤਾਂ ਹੱਥ ਪਾਣਾ ਬੜਾ ਔਖਾ। ਉਹਨੇ ਨਿਸ਼ਾਨਦੇਹੀ ਕਰਾ ਦਿੱਤੀ ਸੀ ਹੱਥ ਦੀ। ਮੈਂ ਆਪਣੇ ਮਿੱਤਰ ਦੇ ਘਰੋਂ ਆ ਰਿਹਾ ਸੀ, ਉਹਦੀ 9 ਮਹੀਨੇ ਦੀ ਬੇਟੀ ਮੇਰੇ ਨਾਲ ਸੀ, ਤੇ ਗੈਸ ਦਾ ਸਿਲੰਡਰ ਸਕੂਟਰ ਤੇ ਮੇਰੇ ਕੋਲ ਸੀ। ਅਸੀਂ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਜਿਸ ਵੇਲੇ ਆਏ ਹਾਂ, ਤੇ ਪਿੱਛੋਂ ਅੰਬੈਸਡਰ ਕਾਰ ਨੇ ਬੜੀ ਤੇਜ਼ੀ ਨਾਲ ਸਾਨੂੰ ਹਿੱਟ ਮਾਰਿਆ। ਮੈਂ ਹਵਾ 'ਚ ਉਛਲ ਗਿਆ, ਬੇਟੀ ਵੀ ਉਛਲ ਗਈ। ਉਵੇਂ ਹੀ ਇਹਨਾਂ ਨੇ ਬਸ ਉੱਤੇ ਸੁੱਟ ਕੇ ਤੇ ਮੈਨੂੰ ਚੁੱਕੇ ਤੇ ਲੈ ਗਏ। ਤੇ 3 ਦਿਨ ਤੱਕ ਮੈਂ ਰਘਵੀਰ ਸਿੰਘ ਦੇ ਨਾਂ ਤੇ ਹੀ ਰਿਹਾ, ਕਿਉਂਕਿ ਮੈਂ ਆਪਣੀ ਸਾਰੀ ਜਥੇਬੰਦੀ, ਆਪਣੇ ਸਾਰੇ ਸਿੰਘਾਂ ਨੂੰ ਸਮਝਾਇਆ ਹੋਇਆ ਸੀ ਕਿ ਵੀ ਜੋ ਮਰਜ਼ੀ ਹੋ ਜਾਏ, 3 ਦਿਨ ਦਾ ਤੁਸੀਂ ਮੇਰੇ ਤੇ ਭਰੋਸਾ ਕਰ ਸਕਦੇ ਹੋ, ਚੌਥੇ ਦਿਨ ਦਾ ਨਾ ਕਰਿਆ ਜੇ, ਆਖਿਰ ਸਰੀਰ ਹੈ, ਠੀਕ ਆ ਨਾ ਜੀ। ਤੇ 3 ਦਿਨ ਮੈਂ ਆਪਣਾ ਰਘਵੀਰ ਸਿੰਘ ਦੇ ਨਾਂ ਤੋਂ ਦੱਸਦਾ ਰਿਹਾ, ਸਰਟੀਫਾਈ ਕਰਾਤਾ। ਇਹਨਾਂ ਨੂੰ ਇਹ ਚੀਜ਼ ਸਮਝ ਆ ਗਈ ਕਿ ਅਸੀਂ ਗਲਤ ਬੰਦਾ ਫੜ ਲਿਆ, ਕਿਉਂਕਿ ਜਿੰਨਾ ਇਹਨਾਂ ਨੇ ਟਾਰਚਰ ਕੀਤਾ, ਇੱਥੋਂ ਮੈਂ ਚੀਰਿਆ ਗਿਆ ਸੀ, ਸਿਰ ਮੇਰਾ ਪਾਟਿਆ ਪਿਆ ਸੀ, ਪੇਟ, ਬਾਹਾਂ, ਜਿੱਥੇ ਵੀ ਕਰ ਸਕਦੇ, ਬੜੀ ਬੁਰੀ ਹਾਲਤ ਸੀ। ਆਖਿਰ ਤੀਸਰੇ ਦਿਨ ਮਤਲਬ ਸ਼ਾਮ ਨੂੰ ਕਿਹਾ ਕਿ ਵੀ ਬੰਦਾ ਵਾਕਈ ਅਸੀਂ ਗਲਤ, ਕਿਉਂਕਿ ਸਾਰੀ ਇਹਨਾਂ ਨੇ ਪੁੱਛ ਪੜਤਾਲ ਕਰ ਲਈ, ਤੇ ਮੇਰੇ ਡੇ ਟੂ ਡੇ ਰਿਕਾਰਡ ਸੀ, ਸਰਕਾਰ ਵਿੱਚ ਵੀ ਰਿਕਾਰਡ ਸੀ, ਚੈੱਕ ਪੇਮੈਂਟ ਹੁੰਦੀ ਸੀ, ਠੇਕੇਦਾਰ ਸੀ ਮੈਂ, ਮਜ਼ਦੂਰਾਂ ਨਾਲ ਵੀ ਸੀ, ਅਫਸਰਾਂ ਨਾਲ ਵੀ ਸੀ, ਹਰ ਚੀਜ਼। ਉਹਨਾਂ ਨੇ ਕਿਹਾ ਵੀ ਵਾਕਈ ਸਾਡੇ ਤੋਂ ਗਲਤੀ ਹੋ ਗਈ। ਰਿਬੈਰੀਓ ਦਾ ਏਜੰਟ ਸੀ ਚਰਨਜੀਤ ਸਿੰਘ ਤਲਵੰਡੀ। ਰਿਬੈਰੀਓ ਦੇ ਕਹਿਣ ਤੇ ਇਹ ਸਾਰਾ ਕੰਮ ਉਹਨੇ ਕਰਵਾਇਆ ਸੀ। ਉਹਨੇ ਡਿਊਟੀ, ਉਹਨੇ ਕਿਹਾ ਵੀ ਨਹੀਂ ਹੋ ਨਹੀਂ ਸਕਦਾ। ਜਦੋਂ ਉਹਦੇ ਤੱਕ ਸਾਰੀ ਗਈ, ਕਹਿੰਦਾ ਮੈਂ ਇੰਟਰੋਗੇਟ ਕਰਾਂਗਾ। ਔਰ KPS ਗਿੱਲ ਆਇਆ ਇੰਟਰੋਗੇਟ ਕਰਨ, ਖੁਦ ਆਇਆ KPS ਗਿੱਲ ਆਇਆ, ਉਹਨਾਂ ਨੇ ਕੀਤੀ, ਉਹਨਾਂ ਦੀ ਹੋ ਗਈ, ਕਹਿੰਦੇ ਨਹੀਂ ਮੰਨ ਨਹੀਂ ਸਕਦੇ। ਉਹਨੇ ਫਿਰ ਚਰਨਜੀਤ ਤਲਵੰਡੀ ਨੂੰ ਮੇਰੇ ਮੂੰਹ ਤੇ ਲੈ ਆਂਦਾ, ਕਹਿੰਦਾ ਬਈ ਦੱਸ। ਇਹ ਤਾਂ ਰਿਆ ਹੁੰਦੇ ਨੇੜੇ ਪਹੁੰਚ ਗਿਆ। ਕਹਿੰਦਾ ਜੀ ਜਿਹੜੀ ਧੀ ਇਹਦੇ ਨਾਲ ਹੈਗੀ, ਇਹਦਾ ਪੱਟਾਂ ਤੇ ਪਾਓ, ਕਹੋ ਕਿ ਇਹਨੂੰ ਕਤਲ ਕਰ, ਫਿਰ ਬੋਲੇਗਾ, ਉਂਝ ਨਹੀਂ ਜੇ ਬੋਲਦਾ। ਉਦੋਂ ਫਿਰ ਮੈਂ ਕਿਹਾ ਕਿ ਵੀ ਹਾਂ ਠੀਕ ਹੈਗਾ। ਤਲਵੰਡੀ ਮੇਰੇ ਮੂੰਹ ਤੇ ਲਿਆ ਆਇਆ ਜੀ। ਫਿਰ ਮੈਂ ਉਦੋਂ ਉਹਨੂੰ ਕਿਹਾ, ਮੈਂ ਕਿਹਾ ਦੇਖ ਲੈ, ਤੂੰ ਸਰਕਾਰ ਨਾਲ ਚੱਲ ਰਿਹਾ, ਸਰਕਾਰ ਆਪਣੇ ਏਜੰਡੇ ਪੂਰੇ ਕਰਦੀ ਹੈ, ਮਰਵਾ ਸਾਰਿਆਂ ਏਜੰਟਾਂ ਨੂੰ ਦਿੰਦੀ ਹੈ, ਕੋਈ ਕੈਟ ਅੱਜ ਤੱਕ ਦੁਨੀਆ ਵਿੱਚ ਬਚਿਆ ਨਹੀਂ। ਤੇ ਖੈਰ ਉਹਨੇ ਮੇਰੇ ਮੂੰਹ ਤੇ ਥੁੱਕਿਆ ਤਲਵੰਡੀ ਨੇ, ਤੇ ਰਿਬੈਰੋ ਨੇ ਉਹਨੂੰ ਡਾਂਟਿਆ ਵੀ ਉਸ ਇਸ਼ੂ ਤੇ। ਚਲੇ ਗਏ। ਖੈਰ ਫਿਰ ਉਸ ਤੋਂ ਬਾਅਦ ਮੈਂ ਮੰਨ ਲਿਆ। 3 ਦਿਨ ਤੱਕ ਮੈਂ ਨਹੀਂ ਸੀ ਮੰਨਿਆ। ਤੇ ਮੇਰੇ ਰਾਹੀਂ ਕੋਈ ਗ੍ਰਿਫਤਾਰੀ ਨਹੀਂ ਹੋਈ, ਮੇਰੇ ਰਾਹੀਂ ਕੋਈ ਅਸਲਾ ਨਹੀਂ ਫੜਿਆ ਗਿਆ, ਮੇਰੇ ਰਾਹੀਂ ਕੋਈ ਡਾਕੂਮੈਂਟ ਨਹੀਂ ਫੜਿਆ ਗਿਆ। ਪੂਰਾ ਜ਼ੋਰ ਲਾ ਲਿਆ ਇਹਨਾਂ ਨੇ। ਮੈਂ ਕਿਹਾ ਜੀ ਹੁਣ ਜੋ ਹੈਗਾ, ਜੋ ਕੀਤਾ ਉਸ ਤੇ ਫਖਰ ਹੈ, ਜੋ ਨਹੀਂ ਕਰ ਪਾਏ ਉਹਦਾ ਅਫਸੋਸ। ਜੇਲ੍ਹ ਯਾਤਰਾ ਕਿੱਥੋਂ ਸ਼ੁਰੂ ਹੋਈ ਫਿਰ ਤੁਹਾਡੀ? ਬਸ ਉਦੋਂ ਹੀ
ਮੇਰੀ ਇਹ ਗ੍ਰਿਫਤਾਰੀ ਨਹੀਂ ਸੀ ਪਾ ਰਹੇ ਜੀ। ਦੇਖੋ 3 ਸਤੰਬਰ ਦੀ ਹੈਗੀ ਆ 3 ਸਤੰਬਰ 88 ਹਾਂਜੀ। ਆਖਿਰ ਚੰਚਲ ਮਨੋਹਰ ਸਿੰਘ ਹੁੰਦਾ ਸੀ ਜੀ, ਇੱਕ ਪੱਤਰਕਾਰ ਹੁਣ ਵੀ ਹੈਗੇ ਨੇ, ਇੰਡੀਅਨ ਐਕਸਪ੍ਰੈਸ ਸੀ। ਇਹ ਸ਼ਾਮ ਨੂੰ KPS ਗਿੱਲ ਨਾਲ ਬੈਠਦੇ ਹੁੰਦੇ ਸੀ, ਜਦੋਂ KPS ਗਿੱਲ ਗਲਾਸੀ ਲਾਉਂਦਾ ਹੁੰਦਾ ਸੀ। ਉਹ ਕਹਿ ਬੈਠਾ ਇਹਨਾਂ ਨੂੰ ਰਾਤ ਨੂੰ 1 ਵਜੇ, ਯਾਰ ਅਸੀਂ ਅਤਿੰਦਰਪਾਲ ਸਿੰਘ ਫੜ ਲਿਆ। ਉਹ ਪੱਤਰਕਾਰ ਸੀ ਜੀ, ਉਹਦਾ ਤਾਂ ਇੱਕਦਮ ਖੜਕ ਗਿਆ ਦਿਮਾਗ ਕਿ ਇੰਨੀ ਵੱਡੀ ਖਬਰ ਯਾਰ ਹਲੇ ਤੱਕ ਪਤਾ ਨਹੀਂ ਚੱਲੀ। ਉਸ ਨਾਲ ਸ਼ਾਂਤ ਚਿੱਤ ਬੈਠਾ ਰਿਹਾ। ਚਲੋ 2 ਵਜੇ ਉਸ ਤੋਂ ਉੱਠ ਕੇ ਗਿਆ। ਇੰਡੀਅਨ ਐਕਸਪ੍ਰੈਸ ਅਖਬਾਰ ਅੱਧੀ ਛਪ ਚੁੱਕੀ ਸੀ ਜੀ, ਲੇਟ ਐਡੀਸ਼ਨ ਜਾ ਰਿਹਾ। ਹਾਂ। ਉਹਨੇ ਜਾ ਕੇ ਰੋਕਿਆ ਚੰਡੀਗੜ੍ਹ, ਰੁਕਵਾ ਕੇ ਇੰਨੀ ਕੁ ਡੱਬੀ 'ਚ ਫਰੰਟ ਪੇਜ ਤੇ ਜਗ੍ਹਾ ਬਣਾ ਕੇ ਲਾਈ ਕਿ ਅਤਿੰਦਰਪਾਲ, ਸੋਰਸੇਜ ਰਾਹੀਂ ਮੈਨੂੰ ਪੱਕੀ ਖਬਰ ਹੈ ਅਤਿੰਦਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ। ਉਹ ਖਬਰ ਲੱਗੀ ਤਾਂ ਲੋਕਾਂ ਨੂੰ ਪਤਾ ਚੱਲਿਆ ਹੋਇਆ। ਮੇਰੀ ਇਹਨਾਂ ਨੇ ਇੰਟਰਪੋਲ ਨੂੰ ਵੀ ਦਿੱਤੀ ਹੋਈ ਸੀ ਖਬਰ। ਮੇਰੀ ਇਹਨਾਂ ਨੇ ਦੁਨੀਆ ਦੇ 68 ਦੇਸ਼ਾਂ 'ਚ ਮੰਨਦੇ ਸੀ ਕਿ ਵੀ ਅਤਿੰਦਰਪਾਲ ਸਿੰਘ ਗਿਆ ਹੋਇਆ, ਤੇ 68 ਕੰਟਰੀਜ਼ ਨੂੰ ਦੀ ਪੁਲਿਸ ਨੂੰ ਇਹਨਾਂ ਨੇ ਇਨਫਾਰਮ ਕੀਤਾ ਹੋਇਆ ਸੀ। ਤੁਸੀਂ ਪਹਿਲਾਂ ਜਾ ਚੁੱਕੇ ਸੀ ਵਿਦੇਸ਼? ਤੇ ਨਹੀਂ, ਮੈਂ ਤਾਂ ਨਹੀਂ ਮੰਨਦਾ ਜੀ। ਮੈਂ ਤਾਂ ਹਮੇਸ਼ਾ ਇਹ ਕਿਹਾ, ਅੱਜ ਵੀ ਮੈਂ ਇਹੀ ਕਹਿੰਦਾ, ਉਦੋਂ ਵੀ ਇਹੀ ਕਿਹਾ ਸੀ। ਹਮੇਸ਼ਾ ਮੇਰਾ ਇਹੀ ਬਿਆਨ ਹੈ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਨੇ ਉਹ ਮੇਰੇ ਗੁਰੂ ਦੀ ਧਰਤੀ ਹੈ। ਮੈਨੂੰ ਉੱਥੇ ਜਾਣ ਲਈ ਕਿਸੇ ਪਾਸਪੋਰਟ ਦੀ ਲੋੜ ਨਹੀਂ ਹੈ। ਮੇਰਾ ਬਤੌਰ ਸਿੱਖ ਹੈ ਦਾਵਾ ਹੈ। ਔਰ ਮੈਂ ਸਿੱਖਾਂ ਲਈ ਆ ਡਿਮਾਂਡ ਪਾਰਲੀਮੈਂਟ ਵਿੱਚ ਵੀ ਕੀਤੀ, UN ਵਿੱਚ ਵੀ ਕੀਤੀ ਹੈ, ਹਰ ਥਾਂ ਤੇ ਕਰਦਾ ਕਿ ਜਿੱਥੇ ਮੇਰੇ ਗੁਰੂ ਦੇ ਪੈਰ ਪਏ ਨੇ। ਇੱਕ ਸਿੱਖ ਕਮਿਊਨਿਟੀ ਇੰਟਰਨੈਸ਼ਨਲ ਕਮਿਊਨਿਟੀ ਹੈ, ਜਿੱਥੇ ਉਹਦਾ ਗੁਰੂ ਗਿਆ ਉੱਥੇ ਉਹਨੂੰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਵਿਦਆਊਟ ਪਾਸਪੋਰਟ। ਐਂਟਰੀ ਉਹਨੂੰ ਮਿਲਣੀ ਚਾਹੀਦੀ ਹੈ, ਕਾਗਜ਼ ਉਹਦੇ ਕੋਲ ਪੂਰੇ ਹੋਣ। ਇਨਲੀਗਲ ਨਹੀਂ ਮੈਂ ਕਹਿ ਰਿਹਾ, ਲੀਗਲੀ। ਤੇ ਮੈਂ ਕਿਹਾ ਜੀ ਮੈਂ ਲੀਗਲੀ ਗਿਆ, ਜਿੱਥੇ ਮੇਰਾ ਗੁਰੂ ਗਿਆ ਉੱਥੇ ਮੈਂ ਗਿਆ। ਮੈਂ ਤੁਹਾਨੂੰ ਕਿਉਂ ਦੱਸਾਂ ਜੀ ਮੈਂ ਕਿੱਥੇ ਗਿਆ ਕਿੱਥੇ ਨਹੀਂ ਗਿਆ, ਮੈਂ ਨਹੀਂ ਦੱਸਿਆ। ਇਹਨਾਂ ਨੇ ਕਿਹਾ ਸੀ। ਉਸ ਖਬਰ ਨਾਲ ਇੰਟਰਪੋਲ ਵੀ ਤੇ ਉਹ ਕੰਟਰੀਜ਼ ਵੀ ਅਲਰਟ ਹੋ ਗਈਆਂ, ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਇੰਦਰਾ ਗਾਂਧੀ ਨੂੰ ਮਰਵਾਉਣ ਵਾਲਾ ਕੀ ਪਰਸਨ ਅਤਿੰਦਰਪਾਲ ਸਿੰਘ ਹੈ। ਅੱਛਾ। ਇਹ ਇਹਨਾਂ ਦੀ ਸਾਰੇ ਕੰਟਰੀਜ਼ ਨੂੰ ਇਨਫੋਰਮੇਸ਼ਨ ਸੀ। ਉਸ ਆਧਾਰ ਤੇ ਉਹ ਸਾਰੀਆਂ ਸਰਗਰਮ ਹੋਈਆਂ। ਉਹ ਇੱਕਦਮ ਇੰਡੀਆ ਪਹੁੰਚੀਆਂ। ਇੰਡੀਅਨ ਗੌਰਮੈਂਟ ਨੂੰ ਫਿਰ ਮੈਨੂੰ ਡਿਕਲੇਅਰ ਕਰਨਾ ਪਿਆ ਕਿ ਵੀ ਹਾਂ ਅਸੀਂ ਇਹਨੂੰ ਅਰੈਸਟ ਕਰ ਲਿਆ, ਨਹੀਂ ਤਾਂ ਸ਼ਾਇਦ ਮੇਰਾ ਕਿਤੇ ਨਾ ਕਿਤੇ ਮੁਕਾਬਲਾ ਬਣਾ ਦਿੰਦੇ, ਕਿਉਂਕਿ ਇਨ ਬਿਟਵੀਨ 2 ਵਾਰੀ ਮੇਰਾ ਮੁਕਾਬਲਾ ਬਣਾਉਣ ਲਈ ਇਹ ਲੈ ਕੇ ਗਏ। ਇੱਕ ਵਾਰੀ ਮੈਨੂੰ ਲੋਕਲ ਲੋਕਾਂ ਨੇ ਬਚਾਇਆ। ਅੱਛਾ। ਹਾਂਜੀ। ਉਹ ਕਿਵੇਂ ਜੀ? ਮੈਂ ਜਿੱਥੇ ਠੇਕੇਦਾਰੀ ਕਰਦਾ ਸੀ ਜੀ, ਉਹ ਮੈਂ SYL ਦੀ ਕਾਫੀ ਠੇਕੇਦਾਰੀ ਕੀਤੀ। ਉੱਥੇ SYL ਵਿੱਚ ਇੱਕ ਪਾਲਿਸੀ ਆਈ ਸੀ ਕਿ ਜਿਹੜੇ ਦਰਖਤ ਜਾਂ ਜਿਹੜੇ ਬਿਲਡਿੰਗ ਆ ਜਾਏਗੀ ਉਹਦਾ ਇੰਨਾ ਮੁਆਵਜ਼ਾ ਦਿੱਤਾ ਜਾਏਗਾ ਜੀ ਜ਼ਮੀਂਦਾਰਾਂ ਨੂੰ। ਅਫਸਰ ਮਿਲ ਮੁਲਾ ਕੇ ਖਾ ਜਾਂਦੇ ਸੀ ਜੀ, ਜ਼ਮੀਂਦਾਰਾਂ ਤੱਕ ਇਹ ਪਾਲਿਸੀ ਨਹੀਂ ਸੀ ਗਈ। ਮੈਨੂੰ ਪਤਾ ਸੀ ਮੇਰੇ ਜਿਹੜੀ ਸਾਈਟ ਸੀ, ਅਸੀਂ ਕਿੰਨੀ ਇਮਾਨਦਾਰੀ ਨਾਲ ਗੱਲ ਕੀਤੀ ਹੈ। ਤੁਸੀਂ ਇਹ ਦੇਖ ਲਓ ਕਿ ਮੇਰੀ ਬਣਾਈ ਹੋਈ SYL ਹਾਲੇ ਤੱਕ ਉਵੇਂ ਦੀ ਉਵੇਂ ਖੜੀ ਜੇ, ਬਾਕੀ ਸਾਰੀ ਦੀ ਸਾਰੀ ਡੁੱਬ ਚੁੱਕੀ ਹੈ, ਟੁੱਟ ਚੁੱਕੀ ਹੈ। ਅਸੀਂ ਕੰਮ ਵਿੱਚ, ਕਿਰਤ ਵਿੱਚ, ਗੁਰੂ ਨਾਨਕ ਦੀ ਕਿਰਤ ਵਿੱਚ ਕੋਈ ਖਿਆਨਤਦਾਰੀ ਨਹੀਂ ਕੀਤੀ। ਮੈਂ ਜ਼ਮੀਂਦਾਰਾਂ ਨੂੰ ਦੱਸ ਦਿੱਤਾ ਵੀ ਇਹ ਹੈਗੀ ਆ, ਤੁਸੀਂ ਆਪਣੇ ਇੱਕ ਬੂਟੇ ਦਾ ਤੁਹਾਨੂੰ 10,000 ਮਿਲਣਾ ਤੇ ਕੱਚੇ ਕੋਠੇ ਦਾ ਤੁਹਾਨੂੰ 25,000 ਮਿਲਣੇ ਆ। ਕਾਗਜ਼ ਮੈਨੂੰ ਦਿਓ, ਮੈਂ ਤੁਹਾਨੂੰ ਦਵਾਉਂਗਾ, ਅਫਸਰਾਂ ਨੂੰ ਛੱਡੋ। ਤੇ ਮੈਂ ਪਿੰਡਾਂ 'ਚ ਕਾਫੀ ਪੈਸਾ ਦਵਾਇਆ ਸੀ। ਉਹ ਮੈਨੂੰ ਨਹੀਂ ਸੀ ਜਾਣਦੇ ਵੀ ਕੌਣ ਹੈਗਾ, ਕੀ ਬੰਦਾ ਹੈਗਾ ਉੱਥੇ ਸੀ, ਵੀ ਠੇਕੇਦਾਰ ਹੈਗਾ ਰਘਵੀਰ ਸਿੰਘ ਹੀ ਹੈ ਨਾ? ਹਾਂ, ਤੇ ਰਘਵੀਰ ਸਿੰਘ ਹੀ ਹੈਗਾ। ਤੇ ਮੇਰੇ ਮੁੰਸ਼ੀ ਕੰਮ ਕਰਦੇ ਹੁੰਦੇ ਸੀ ਜੀ। ਮੈਂ ਕਹਿ ਆਉਂਦਾ ਸੀ ਇੱਕ ਵਾਰੀ, ਫਿਰ ਮੈਂ ਮੇਲ ਜੋਲ ਜ਼ਿਆਦਾ ਪਬਲਿਕ ਨਾਲ ਰੱਖਦਾ ਨਹੀਂ ਸੀ। ਮੁੰਸ਼ੀਆਂ ਮੇਰਿਆਂ ਨੇ ਦਵਾਇਆ ਵੀ ਠੇਕੇਦਾਰ ਦਵਾ ਰਿਹਾ। ਉਹਨਾਂ ਨੂੰ ਪੈਸੇ ਮਿਲੇ ਸੀ ਜੀ। ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਤੇ ਸਾਡੀ ਨਹਿਰ ਵਿੱਚ ਹੀ ਜਿਹੜੀ ਠੇਕੇਦਾਰ ਬਣਾ ਰਿਹਾ ਸੀ ਉੱਥੇ ਖੜ ਕੇ ਇਹਦਾ ਮੁਕਾਬਲਾ ਕਰਨ ਲੱਗੇ ਨੇ, ਇਹਨਾਂ ਨੇ ਸ਼ੋਅ ਕੀਤਾ ਵੀ ਉੱਥੇ ਹੀ ਮਾਰ ਦਿਓ ਦਿਨ ਵੇਲੇ। ਹਾਂਜੀ। ਤੇ ਉਹ ਫਿਰ ਪਬਲਿਕ ਇਕੱਠੀ ਹੋ ਗਈ ਜੀ, ਗੁਰਦੁਆਰੇ 'ਚ ਅਨਾਉਂਸਮੈਂਟ ਹੋ ਗਈ। ਇਹ ਫਿਰ ਉੱਥੋਂ ਮੈਨੂੰ ਲੈ ਕੇ ਭੱਜੇ। ਕਿਹੜਾ ਪਿੰਡ ਸੀਗਾ ਜੀ ਇਹ? ਚਲੋ ਛੱਡੋ, ਥੋੜਾ ਜਿਹਾ ਫਿਰ ਰਿਕਾਰਡ ਤੇ ਆ ਹੀ ਜਾਵੇ। ਇਹ ਚੁੰਨੀ ਦੇ ਨੇੜੇ ਹੈ ਜੀ। ਅੱਛਾ। ਚੁੰਨੀ ਦੇ ਨੇੜੇ। ਤੇ ਇਹ ਗੱਲਾਂ ਹੋਈਆਂ ਜੀ। ਦੂਸਰੀ ਵਾਰੀ ਆ ਮੈਨੂੰ ਇੱਥੇ ਲਾਏ ਜੀ ਬਨੂੜ ਮੁਕਾਬਲੇ ਲਈ। ਤੇ
ਜਿਸ ਵੇਲੇ ਬਨੂੜ ਮੁਕਾਬਲੇ ਲਈ ਲਿਆਏ, ਦੇਖੋ ਕੰਟਰਾਡਿਕਸ਼ਨ ਇੰਨੀ ਜ਼ਿਆਦਾ ਹੈਗੀ ਹੈ ਪੰਜਾਬ ਪੁਲਿਸ ਵਿੱਚ, ਆਪਸੀ ਲੜਾਈਆਂ ਇੰਨੀਆਂ ਜ਼ਿਆਦਾ ਸੀ। ਜਿੱਥੇ ਇਹ ਮੈਨੂੰ ਮੁਕਾਬਲਾ ਕਰਨ ਲਈ ਲੈ ਕੇ ਆਏ, ਉੱਥੇ ਆਲਰੇਡੀ ਇੱਕ ਬੰਦੇ ਦਾ ਮੁਕਾਬਲਾ ਪਹਿਲਾਂ ਬਣਾ ਚੁੱਕੇ ਸੀ। ਹਲੇ ਆ ਮੈਨੂੰ ਖੜਾ ਕਰ ਰਹੇ ਸੀ, ਉੱਥੇ ਗੋਲੀਆਂ ਚੱਲ ਰਹੀਆਂ ਸੀ, ਇਹ ਘਬਰਾ ਕੇ ਭੱਜ ਗਏ ਕਿ ਬਈ ਪਤਾ ਨਹੀਂ ਖਾੜਕੂ ਮੈਨੂੰ ਛੁਡਾਉਣ ਆ ਗਏ ਆ। ਮਹਿਲ ਸਿੰਘ ਭੁੱਲਰ ਨਾਲ ਸੀ ਜੀ, ਵਿਰਦੀ ਨਾਲ ਸੀ ਉਸ ਵੇਲੇ। ਮਹਿਲ ਸਿੰਘ ਭੁੱਲਰ ਅੱਜ ਵੀ ਜਿੰਦਾ ਜੀ। ਐਸਐਸਪੀ ਸੀ ਉਦੋਂ? ਨਾ ਜੀ, ਉਦੋਂ ਡੀਆਈਜੀ ਸੀ, ਪਟਿਆਲਾ ਰੇਂਜ ਡੀਆਈਜੀ ਸੀ। ਐਸਐਸਪੀ ਵਿਰਦੀ ਸੀ। ਵਾਪਸੀ ਤੇ ਮਤਲਬ ਮੈਨੂੰ ਪੈਰਾਂ ਹੀ ਸੁੱਟਿਆ ਹੋਇਆ ਜੀ, ਉੱਪਰ ਪੈਰ ਰੱਖੇ ਹੋਏ ਆ, ਬੰਨਿਆ ਹੋਇਆ ਸੀ ਵਾਇਰਲੈਸ ਤੇ। ਪੁੱਛ ਰਿਹਾ ਬਈ ਉੱਥੇ ਤਾਂ, ਫਿਰ ਇਹਨੂੰ ਹੈੱਡਕੁਆਟਰ ਤੋਂ ਆ ਰਿਹਾ, ਨਹੀਂ ਉੱਥੇ ਤਾਂ ਯਾਰ ਫਲਾਣੇ ਬੰਦੇ ਨੂੰ ਮੁਕਾਬਲੇ 'ਚ ਮਾਰਨਾ ਸੀ, ਤੂੰ ਸਾਨੂੰ ਦੱਸ ਕੇ ਕਿਉਂ ਨਹੀਂ ਗਿਆ। ਮੈਂ ਵਾਇਰਲੈਸ ਖੁਦ ਸੁਣੀ ਹੈ ਜੀ। ਉਦੋਂ ਮੈਂ ਬਚ ਗਿਆ। ਫਿਰ ਇਹਨੇ ਮੈਨੂੰ ਕਿਹਾ, ਕਹਿੰਦਾ ਤੇਰੀ ਉਮਰ ਲੰਮੀ ਆ ਭਾਈ, ਤੂੰ ਬਚ ਗਿਆ। ਤੀਸਰੀ ਵਾਰੀ ਇਹਨਾਂ ਨੇ ਕਿਹਾ ਕਿ ਇਹਨੂੰ ਬਾਰਡਰ ਤੇ ਲੈ ਜਾਓ। ਮੈਨੂੰ ਵਾਲੇ ਬਾਰਡਰ ਤੇ ਲੈ ਕੇ ਜਾ ਰਹੇ ਸੀ ਤੇ ਚੰਚਲ ਮਨੋਹਰ ਸਿੰਘ ਦੀ ਖਬਰ ਛਪ ਗਈ ਜੀ। ਸਵੇਰੇ ਇਹਨਾਂ ਨੇ ਲੈ ਕੇ ਜਾਣਾ ਸੀ, ਮੈਨੂੰ ਤੁਰ ਪਏ ਸੀ ਲੈ ਕੇ। ਅਖਬਾਰਾਂ ਇਹਨਾਂ ਨੇ ਜਦੋਂ ਦੇਖੀਆਂ ਉਦੋਂ ਵਾਪਸ ਲੈ ਕੇ ਆਏ ਕਿ ਵੀ ਇਹ ਤਾਂ ਕੰਮ ਹੀ ਪੁੱਠਾ ਹੋ ਗਿਆ ਸਾਰੀ ਚੀਜ਼। ਤੇ ਮੈਨੂੰ ਕਹਿ ਲਓ ਕਿ ਤੀਸਰੀ ਵਾਰੀ ਚੰਚਲ ਮਨੋਹਰ ਸਿੰਘ ਨੇ ਬਚਾਇਆ। ਉਹ ਤਾਂ ਫਿਰ ਜੇਲ੍ਹ ਭੇਜਦਾ ਸੁਣ। ਨਹੀਂ, ਮੈਂ ਲਗਾਤਾਰ ਜੀ ਦੇਖੋ ਸਤੰਬਰ ਤੋਂ ਮੈਂ ਗ੍ਰਿਫਤਾਰ ਲਿਆ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਦੇ ਪਹਿਲੇ ਹਫਤੇ ਵਿੱਚ ਇਹਨਾਂ ਨੇ ਮੈਨੂੰ 89 ਵਿੱਚ ਜੇਲ੍ਹ ਵਿੱਚ ਭੇਜਿਆ ਜੀ। 5.5 ਮਹੀਨੇ ਮੈਨੂੰ ਇੰਟਰੋਗੇਟ ਕਰਦੇ ਰਹੇ। ਤਿਹਾੜ ਭੇਜਿਆ ਜੀ ਫਿਰ ਸਿੱਧਾ? ਪੰਜਾਬ ਤੋਂ ਮੈਨੂੰ ਫਿਰ ਲੈ ਗਏ ਜੀ। ਪਹਿਲਾਂ ਤਾਂ ਪੰਜਾਬ ਦੇ ਵਿੱਚ ਹੀ ਮੈਂ ਸਾਰੀਆਂ ਥਾਵਾਂ ਤੇ, ਇੱਥੇ ਪਟਿਆਲੇ ਵਿੱਚ, ਰਾਜਪੁਰੇ ਵਿੱਚ, ਬਨੂੜ ਵਿੱਚ, ਖਰੜ ਵਿੱਚ, ਫਿਰ ਲੱਦਾ ਕੋਠੀ ਵਿੱਚ, ਫਿਰ ਅੰਮ੍ਰਿਤਸਰ, ਜਿੱਥੇ ਜਿੱਥੇ ਵੀ ਸੀ ਹਰ ਥਾਂ ਤੇ ਮੇਰੀ ਇੰਟਰੋਗੇਸ਼ਨ ਹੋਈ। ਤੇ ਉਸ ਤੋਂ ਬਾਅਦ ਜਿਸ ਵੇਲੇ ਇਹ ਇੰਟਰਨੈਸ਼ਨਲ ਕਮਿਊਨਿਟੀ ਦਾ ਕੇਸ ਬਣ ਗਿਆ, ਫਿਰ ਮੈਨੂੰ ਇਹ ਦਿੱਲੀ ਲੈ ਗਏ। ਦਿੱਲੀ 'ਚ ਲਾਲ ਕਿਲ੍ਹੇ ਦੇ ਤਹਿਖਾਨੇ 'ਚ ਇਹਨਾਂ ਨੇ ਮੈਨੂੰ ਰੱਖਿਆ। ਮੇਰੀ ਸਾਰੀ ਇੰਟਰੋਗੇਸ਼ਨ ਫਿਰ ਬਾਅਦ ਵਿੱਚ ਉੱਥੇ ਹੀ ਹੋਈ ਜੀ। ਤੇ ਉੱਥੋਂ ਇਹਨਾਂ ਨੇ ਜਿਸ ਵੇਲੇ ਮੈਨੂੰ ਜੇਲ੍ਹ ਭੇਜਣਾ ਸੀ, ਇੱਕ ਹਫ਼ਤਾ ਪਹਿਲਾਂ ਕੱਢਿਆ ਤੇ ਅਸ਼ੋਕ ਵਿਹਾਰ ਥਾਣੇ ਲੈ ਕੇ ਗਏ। ਅਸ਼ੋਕ ਵਿਹਾਰ ਥਾਣੇ 'ਚ ਪਹਿਲੀ ਵਾਰੀ ਮੈਨੂੰ ਜੱਜ ਅੱਗੇ ਪੇਸ਼ ਕੀਤਾ ਗਿਆ। ਮਿਸਟਰ ਖੰਨਾ ਸੀ ਜੱਜ, ਮੈਂ ਉਹਨਾਂ ਦਾ ਇਨੀਸ਼ੀਅਲ ਪਹਿਲਾਂ ਭੁੱਲ ਗਿਆ। ਤੇ ਉਹ SHO ਦੀ ਕੁਰਸੀ ਤੇ ਬੈਠੇ, ਉਹਨਾਂ ਦੇ ਪਿੱਛੇ ਮੈਨੂੰ ਲੈ ਕੇ ਗਏ। ਉਸਨੇ ਕਿਹਾ ਵੀ ਇਹ ਮੇਰੇ ਸਾਹਮਣੇ ਲਿਆਓ, ਤੇ ਮੈਨੂੰ ਲੈ ਕੇ ਗਏ ਤੇ ਕਹਿੰਦੇ ਤੂੰ ਕੁਝ ਕਹਿਣਾ ਚਾਹੁੰਦਾ? ਮੈਂ ਕਿਹਾ ਜੀ ਇੱਕੋ ਗੱਲ ਕਹਿਣਾ ਚਾਹੁੰਦਾ ਗਾ। ਕਹਿੰਦੇ ਜੀ ਕੀ? ਮੈਂ ਕਿਹਾ ਮੈਂ ਸ਼ਰਮਸ਼ਾਰ ਹਾਂ ਆਪਣੀ ਨਿਆਂ ਵਿਵਸਥਾ ਤੇ ਜੱਜਾਂ ਤੇ, ਕਿ ਥਾਣੇਦਾਰ ਦੀ ਕੁਰਸੀ ਤੇ ਬੈਠ ਕੇ ਜੱਜ ਮੈਨੂੰ ਪੁੱਛ ਰਿਹਾ ਕੁਝ ਕਹਿਣਾ ਚਾਹੁੰਦਾ, ਤੇ 5.5 ਮਹੀਨੇ ਤੋਂ ਮੇਰਾ ਹਾਲ ਕੀਤਾ ਹੋਇਆ, ਤੇ ਤੇਰੇ ਤੋਂ ਮੈਂ ਕੀ ਇਨਸਾਫ ਰੱਖਾਂ। ਤੇ ਉਸ ਵੇਲੇ ਮੇਰੇ ਤੇੜ ਸਿਰਫ ਇੱਕ ਕਛਹਿਰਾ ਸੀ ਜੀ, ਬੁਰਾ ਹਾਲ ਸੀ ਮੇਰਾ। ਕਹਿੰਦੇ ਇਹਨੂੰ ਲੈ ਜਾਓ। ਉਹਨੇ ਮੇਰਾ ਹਫ਼ਤੇ ਦਾ ਰਿਮਾਂਡ ਦਿੱਤਾ ਜੀ। ਅੱਛਾ। ਫਿਰ ਤੇ ਅਸ਼ੋਕ ਵਿਹਾਰ ਥਾਣੇ, ਜਿਵੇਂ ਦੀ ਇਹਨਾਂ ਦੀ ਪਾਲਿਸੀ ਸੀ ਬਈ ਉਹ ਦਿੱਤਾ ਅਸ਼ੋਕ ਵਿਹਾਰ ਥਾਣੇ 'ਚ। ਦੁਬਾਰਾ ਫਿਰ ਉਹ ਆਇਆ, ਉਹ ਮੇਰੇ ਸਾਹਮਣੇ ਨਹੀਂ ਲੈ ਕੇ ਗਏ। ਫਿਰ ਉਹ ਮੈਨੂੰ ਜੁਡੀਸ਼ੀਅਲ ਰਿਮਾਂਡ ਤੇ ਤਿਹਾੜ ਜੇਲ੍ਹ। ਨਹੀਂ, ਉਦੋਂ ਪਹਿਲਾਂ ਫਿਰ ਤੁਹਾਡਾ ਰਿਮਾਂਡ ਲੈਂਦੇ ਰਹੇ ਫਿਰ ਜਦੋਂ, ਕਿਉਂਕਿ ਖਬਰਾਂ ਛਪ ਗਈਆਂ? ਨਹੀਂ ਜੀ, ਨਹੀਂ, ਕਿਤੇ ਮੈਨੂੰ ਕਿਸੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਇਹਨਾਂ ਨੇ, ਕੁਛ ਨਹੀਂ। ਜਿਸ ਵੇਲੇ ਮੈਂ ਰਿਕਾਰਡ ਮੰਗਿਆ ਜੇਲ੍ਹ ਜਾਣ ਤੋਂ ਬਾਅਦ, ਮੇਰੇ ਤੇ ਇਹਨਾਂ ਨੇ ਬਹੁਤ ਜ਼ਿਆਦਾ ਕੇਸ ਪਾਏ, ਸਿਰਫ ਰਿਮਾਂਡ ਰਵਾਂ ਕਰਨ ਵਾਸਤੇ। 5.5 ਮਹੀਨੇ ਤੁਸੀਂ ਇੱਕ ਬੰਦੇ ਨੂੰ ਰੱਖਣਾ, ਤੇ ਉਦੋਂ ਇਹ ਸੀ ਕਿ 21 ਦਿਨ ਤੋਂ ਵੱਧ ਤੁਸੀਂ ਰੱਖ ਨਹੀਂ ਸਕਦੇ। ਤੇ ਹਰ 10ਵੇਂ 11ਵੇਂ ਦਿਨ ਮੇਰੇ ਤੇ ਕੇਸ ਪਾ ਦਿੰਦੇ ਸੀ, ਤੇ ਮੇਰੀਆਂ ਥਾਵਾਂ ਬਦਲਦੇ ਰਹਿੰਦੇ ਸੀ ਕਿ ਵੀ ਇਹਨੂੰ ਕਦੇ ਖਾੜਕੂ ਛੁਡਾ ਕੇ ਨਾ ਲੈ ਜਾਣ। ਮੇਰੇ ਤੇ ਸੁਖਨਾਬ ਜੀ 89 ਕੇਸ ਮੈਨੂੰ ਜੇਲ੍ਹ ਵਿੱਚ ਜਾ ਕੇ ਪਤਾ ਚੱਲਿਆ ਵੀ ਇਹ 89 ਕੇਸ ਮੇਰੇ ਤੇ ਪਾਤੇ ਇਹਨਾਂ ਨੇ। ਮੈਂ ਜਦੋਂ ਪੁੱਛਾਂ ਕੋਈ ਨਾ ਜੀ, ਕਦੇ ਇੱਕ ਅੱਛਾ ਲਿਜਾਣ ਕਿਤੇ ਵੀ ਨਾ, ਕਿਉਂਕਿ ਮੇਰੇ ਤੇ ਟਾਡਾ ਵੀ ਲਾ ਦਿੱਤੀ। ਇੰਡੀਅਨ ਇੰਡੀਪੈਂਡੈਂਟ, ਬਿਫੋਰ ਇੰਡੀਪੈਂਡੈਂਟ ਤੇ ਆਫਟਰ ਇੰਡੀਪੈਂਡੈਂਟ ਹਿਸਟਰੀ 'ਚ ਜੀ ਇਕੱਲਾ ਮੈਂ ਕੈਦੀ ਹਾਂ ਜੀ, ਜਿਸ ਤੇ ਤਿਹਾੜ ਜੇਲ੍ਹ ਵਿੱਚ ਇਹਨਾਂ ਨੇ ਤਮਿਲਨਾਡੂ ਆਰਮ ਪੁਲਿਸ ਦੀ ਪੂਰੀ ਕੰਪਨੀ ਤੈਨਾਤ ਕੀਤੀ। ਅੱਛਾ। ਜੇਲ੍ਹ ਦੇ ਅੰਦਰ ਆਰਮ ਪੁਲਿਸ, ਤੇ ਮੈਨੂੰ ਇੰਨੀ ਉਹਦੇ 'ਚ ਰੱਖਿਆ ਇਹਨਾਂ ਨੇ, ਹਾਈ ਅਲਰਟ 'ਚ। ਸਰਚ ਲਾਈਟਾਂ ਜੇਲ੍ਹ 'ਚ ਲਵਾਈਆਂ ਗਈਆਂ ਜੀ,
ਇਹ ਬਕਾਇਦਾ ਫਾਂਸੀ ਚੱਕੀਆਂ ਨੂੰ ਨਵੇਂ ਸਿਰੇ ਤੋਂ ਇਹਨਾਂ ਨੇ ਚੱਕ ਕੇ ਤਿਆਰ ਕੀਤਾ ਜੀ ਦਿੱਲੀ ਦੀਆਂ, ਤੇ ਲੈ ਕੇ ਮੈਨੂੰ ਕਿਸੇ ਵੀ ਡੇਟ ਤੇ ਨਾ ਜਾਇਆ ਕਰਨ। ਅਖੀਰ ਮੈਂ ਸੁਪਰੀਮ ਕੋਰਟ ਨੂੰ ਅੰਦਰੋਂ ਫਿਰ ਇੱਕ ਕਿਉਂਕਿ ਮੈਂ ਲਾਅ ਦਾ ਵਿਦਿਆਰਥੀ ਸੀ ਜੀ, ਮੈਂ ਇੱਕ ਟੈਲੀਗ੍ਰਾਮ ਪਾਈ। ਪਹਿਲਾਂ ਮੈਂ ਚਿੱਠੀ ਪਾਈ, ਜੇਲਰ ਮਹਾਪਾਤਰਾ ਹੁੰਦਾ ਸੀ ਜੀ, ਉਹਨੇ ਚਿੱਠੀ ਭੇਜੀ ਨਾ ਜੀ। ਮੈਂ ਕਿਹਾ ਵੀ ਜਵਾਬ ਆਉਣਾ ਚਾਹੀਦਾ ਸੀ, ਹਾਲੇ ਤੱਕ ਜਵਾਬ ਨਹੀਂ ਆਇਆ। ਦਿੱਲੀ ਤੋਂ ਦਿੱਲੀ ਚਿੱਠੀ। ਉਦੋਂ ਮੁਲਾਕਾਤਾਂ ਵਗੈਰਾ ਕਰਾ ਦਿੰਦੇ ਸੀ ਤੁਹਾਡੀਆਂ? ਨਹੀਂ ਜੀ, ਮੇਰੀ ਨਹੀਂ ਕਰਾਈ ਇਹਨਾਂ ਨੇ। ਮੇਰੀ ਪਹਿਲੇ 6 ਮਹੀਨੇ ਤੱਕ ਕੋਈ ਮੁਲਾਕਾਤ ਨਹੀਂ ਹੋਈ ਜੀ ਜੇਲ੍ਹ ਜਾਣ ਤੋਂ। ਫਿਰ ਮੈਂ ਟੈਲੀਗ੍ਰਾਮ ਆਪ ਪਾਈ ਜੀ, ਟੈਲੀਗ੍ਰਾਮ ਪਾਈ ਤਾਂ ਰਜਿਸਟਰਾਰ ਤੀਸਰੇ ਦਿਨ ਮੇਰੇ ਕੋਲ ਜੇਲ੍ਹ ਵਿੱਚ ਆ ਗਿਆ। ਤੇ ਮੈਂ ਉਹਨੂੰ ਦੱਸਿਆ ਵੀ ਮੇਰੀ ਇਹ ਹਾਲਤ ਹੈ। ਮੈਂ ਅਲਫਨੰਗਾ ਸੀ ਜੀ ਜਿਸ ਵੇਲੇ ਉਹ ਆਇਆ, ਫਾਂਸੀ ਚੱਕੀਆਂ 'ਚ ਮੈਨੂੰ ਰੱਖਿਆ ਹੋਇਆ, ਤੇ ਮੇਰੇ ਤੇ ਇੰਨੇ ਕੇਸ ਹੈ, ਇੰਨੇ ਕੇਸ ਇਹਨਾਂ ਨੇ ਪਾ ਦਿੱਤੇ, ਮੈਨੂੰ ਅੱਜ ਤੱਕ ਨਹੀਂ ਪਤਾ ਬਈ ਮੈਨੂੰ ਕਿਹੜੇ ਪਾਏ ਨੇ। ਤੇ ਘੱਟੋ ਘੱਟ ਮਤਲਬ ਮੈਨੂੰ ਕਾਨੂੰਨ ਦੇ ਦਾਇਰੇ ਦੇ ਅਨੁਸਾਰ ਸੁਣਵਾਈ ਦਾ ਹੱਕ ਤਾਂ ਹੋਏ। ਉਹਨੇ ਮੇਰੇ ਪੁੱਛਿਆ ਵੀ ਤੁਸੀਂ ਕੀ, ਮੈਂ ਕਿਹਾ ਜੀ ਪਹਿਲੀ ਗੱਲ ਮੈਂ ਚਾਹੁੰਦਾ ਕਿ ਵੀ ਸਾਰੇ ਕੇਸ ਇਕੱਠੇ ਕੀਤੇ ਜਾਣ ਤੇ ਇੱਕ ਫਾਸਟ ਟਰੈਕ ਅਦਾਲਤ ਵਿੱਚ ਪਾਏ ਜਾਣ, ਕਿਉਂਕਿ ਇੰਨੇ ਕੇਸਾਂ ਵਿੱਚ ਤਾਂ ਮੇਰੀ ਪੂਰੀ ਉਮਰ ਹੀ ਲੰਘ ਜਾਣੀ ਹੈ ਜੀ। ਤੇ ਮੈਂ ਜਦ ਇਹ ਕਹਿ ਰਿਹਾ, ਓਪਨਲੀ ਕਹਿ ਰਿਹਾ, ਤੁਹਾਨੂੰ ਚਾਹੀਦੀ ਹੈ ਲਿਖਤ, ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ ਕਿ ਬਈ ਸਾਰੇ ਕੇਸ ਚਾਰਜ ਸ਼ੀਟ ਤੇ ਲਿਆਓ ਸਾਰੇ, ਤੇ ਸਾਰੇ ਲਿਆਉਣ ਤੋਂ ਬਾਅਦ ਉਹਨਾਂ ਦੀ ਸੁਣਵਾਈ ਸ਼ੁਰੂ ਕਰੋ। ਮੈਂ ਕਿਸੇ ਕੇਸ ਵਿੱਚ ਵੀ ਕੁਝ ਨਹੀਂ ਕਹਿਣਾ, ਤੁਸੀਂ ਗਵਾਹੀਆਂ ਭੁਗਤਾਓ। ਮਤਲਬ ਮੈਂ ਕੁਝ ਕਹਿੰਦੇ ਤੂੰ ਲਿਖਤ ਤੇ ਦੇਣ ਨੂੰ ਤਿਆਰ ਹੈ। ਮੈਂ ਰਜਿਸਟਰਾਰ ਨੂੰ ਲਿਖਤ ਤੇ ਦਿੱਤਾ ਜੀ ਉਸ ਵੇਲੇ। ਮੈਂ ਕਿਹਾ ਦੇ ਕਾਗਜ਼ ਪੈਨ, ਮੈਨੂੰ ਕਾਨੂੰਨ ਵਿਵਸਥਾ ਤੇ ਭਰੋਸਾ ਹੈ। ਮੈਂ ਸਮਝਦਾ ਕਿ ਜੇ ਇਮਾਨਦਾਰ, ਮੈਂ ਲਿਖਿਆ ਉਸ ਤੇ, ਜੇ ਇਮਾਨਦਾਰ ਜੱਜ ਲੱਗੇਗਾ ਔਰ ਉਹ ਸੁਣਵਾਈ ਕਰੇਗਾ ਤੇ ਮੇਰੇ ਨਾਲ ਇਨਸਾਫ ਹੋਏਗਾ। ਉਹ ਬੜਾ ਹੈਰਾਨ ਹੋਇਆ ਜੀ, ਰਜਿਸਟਰਾਰ ਖੁਦ ਹੈਰਾਨ ਹੋਇਆ। ਮੈਂ ਇੱਕ ਪੈਰਾ ਉਹਨੂੰ ਲਿਖ ਕੇ ਦੇ ਦਿੱਤਾ। ਚੀਫ ਜਸਟਿਸ ਮਿਸਟਰ ਅਹਿਮਦੀ ਹੁੰਦੇ ਸੀ, ਉਹਨਾਂ ਨੇ ਭਾਰਤ ਸਰਕਾਰ ਨੂੰ ਕਿਹਾ, ਉਹਨਾਂ ਆਪਣੇ ਦਾਇਰੇ 'ਚ। ਚੌਥੇ ਦਿਨ ਮੇਰੇ ਕੋਲ ਫਿਰ ਇੱਕ ਰਜਿਸਟਰਾਰ ਤੇ ਇੱਕ ਹੋਰ ਅਧਿਕਾਰੀ ਆਇਆ ਹੋਮ ਮਿਨਿਸਟਰ ਦਾ ਜੀ, ਮਿਨਿਸਟਰੀ ਆਫ ਹੋਮ ਅਫੇਅਰਸ ਦਾ। ਕਹਿੰਦੇ ਜੀ ਕਿ ਇਹ ਪ੍ਰੋਬਲਮ ਹੈ, ਮੈਂ ਕਿਹਾ ਜੀ ਮੈਨੂੰ ਕੋਈ ਨਹੀਂ ਪਤਾ, ਪ੍ਰੋਬਲਮ ਤੁਹਾਡੀਆਂ ਨੇ, ਮੇਰੀਆਂ ਨਹੀਂ ਨੇ। ਤੁਸੀਂ ਮੈਨੂੰ ਅੱਜ ਕਹਿ ਰਹੇ ਹੋ ਜੀ ਤੁਹਾਡੇ ਤੇ ਬੰਗਾਲ ਵਿੱਚ ਵੀ ਕੇਸ ਹੈ, ਮਹਾਰਾਸ਼ਟਰ ਵਿੱਚ ਵੀ ਕੇਸ ਹੈ, ਮੱਧ ਪ੍ਰਦੇਸ਼ ਵਿੱਚ ਵੀ ਕੇਸ ਹੈ, ਰਾਜਸਥਾਨ ਵਿੱਚ ਵੀ ਹੈ, ਪੰਜਾਬ ਵਿੱਚ ਵੀ ਹੈ, ਦਿੱਲੀ ਵਿੱਚ ਵੀ ਹੈ, ਤੇ ਮੈਂ ਤਾਂ ਪੂਰੀ ਉਮਰ ਫਿਰ ਇੰਝ ਹੀ ਰਹਿ ਜਾਵਾਂਗਾ। ਤੁਸੀਂ ਮੇਰੇ ਤੇ ਇੱਕ ਸਪੈਸ਼ਲ ਅਦਾਲਤ ਬਣਾ ਦਿਓ। ਜੇ ਤੁਸੀਂ ਕਹਿ ਰਹੇ ਹੋ ਕਿ ਵੀ ਮੈਂ ਇੰਦਰਾ ਗਾਂਧੀ ਨੂੰ ਮਰਵਾਇਆ, ਮੈਂ ਤਾਂ ਇਨਕਾਰ ਵੀ ਨਹੀਂ ਕਰ ਰਿਹਾ। ਮੈਂ ਤੁਹਾਨੂੰ ਲਿਖ ਕੇ ਦੇ ਚੁੱਕਾ ਕਿ ਵੀ ਜੋ ਤੁਹਾਡੀ ਪੁਲਿਸ ਕਹਿ ਰਹੀ ਹੈ ਉਹ ਸਭ ਸੱਚ ਕਹਿ ਰਹੀ ਹੈ, ਪਰ ਉਹਨੂੰ ਤੁਸੀਂ ਸਾਬਤ ਕਰੋ। ਸਹੀ, ਮੈਂ ਤਾਂ ਤੁਹਾਨੂੰ ਲਿਖ ਕੇ ਦੇ ਚੁੱਕਾ ਵੀ ਤੁਹਾਡੀ ਪੁਲਿਸ ਜੋ ਕਹਿ ਰਹੀ ਹੈ ਸੱਚ ਕਹਿ ਰਹੀ ਹੈ ਜੀ, ਤੁਸੀਂ ਉਹਨੂੰ ਸਾਬਤ ਕਰੋ। ਸਿੱਧਾ ਗਵਾਹੀਆਂ ਤੇ ਲਿਆਓ ਮੇਰੇ ਸਾਰੇ ਕੇਸ। ਉੱਥੇ ਆ ਕੇ ਇਹਨਾਂ ਦੀ ਜ਼ੁਬਾਨ ਬੰਦ ਹੋ ਜਾਂਦੀ ਸੀ ਜੀ। ਮੈਂ ਜਿਹੜਾ ਪੈਂਤੜਾ ਅਖਤਿਆਰ ਕੀਤਾ। ਅਖੀਰ 3 ਵਿਜਿਟ ਤੋਂ ਬਾਅਦ ਮਿਸਟਰ ਅਹਿਮਦੀ ਨੇ ਭਾਰਤ ਸਰਕਾਰ ਨੂੰ ਕਹਿਤਾ ਵੀ ਜਾਂ ਤਾਂ ਮੈਂ ਉਹਦਾ ਕੇਸ ਸੁਪਰੀਮ ਕੋਰਟ ਵਿੱਚ ਲੈ ਲਾਂਗਾ ਜਾਂ ਤੁਸੀਂ ਉਸ ਦੇ ਮੁਤਲਕ ਕਾਰਵਾਈ ਕਰੋ ਜੀ। ਫਿਰ ਮਿਸਟਰ ਅਹਿਮਦੀ ਨਾਲ ਸਲਾਹ ਕਰਕੇ ਡੈਜਿਗਨੇਟਿਡ ਕੋਰਟ ਨੰਬਰ 3 ਪ੍ਰੈਜ਼ੀਡੈਂਟ ਆਫ ਇੰਡੀਆ ਨੇ ਸਿਰਫ ਅਤਿੰਦਰਪਾਲ ਸਿੰਘ ਦੇ ਕੇਸਾਂ ਦੀ ਫਾਸਟ ਟਰੈਕ ਸੁਣਵਾਈ ਲਈ ਕਾਇਮ ਕੀਤੀ। ਇਹ ਮੇਰੀ ਬੁੱਧੀ ਸੀ, ਮੇਰੇ 'ਚ ਲਿਆਕਤ ਸੀ, ਮੈਨੂੰ ਕਾਨੂੰਨ ਦੀ ਸਮਝ ਸੀ, ਮੈਂ ਤਾਂ ਕਰਾ ਸਕਿਆ। ਸਹੀ। ਫਿਰ ਇੱਥੇ ਵੀ ਦੇਖੋ ਸਰਕਾਰ ਕਿਵੇਂ ਨਾਇਨਸਾਫੀਆਂ ਕਰਾਉਂਦੀ ਹੈ ਸਿਸਟਮ ਵਿੱਚੋਂ। ਸਾਡੇ ਸਿਸਟਮ ਵਿੱਚ ਲੂਪਹੋਲ ਨੇ ਜੀ। ਡੈਜਿਗਨੇਟਿਡ ਕੋਰਟ ਬਣਾ ਦਿੱਤੀ ਜੀ, ਜੱਜ ਵੀ ਨਿਯੁਕਤ ਕਰ ਦਿੱਤਾ, ਮੈਨੂੰ ਪੇਸ਼ ਫੇਰ ਨਾ ਕਰਨ। ਫਿਰ ਮੈਂ ਸੁਪਰੀਮ ਕੋਰਟ ਨੂੰ ਟੈਲੀਗ੍ਰਾਮ ਪਾਈ, ਮੈਂ ਕਿਹਾ ਜੀ ਇਹ ਤਾਂ ਬਹਾਨੇ ਲਾਉਂਦੇ ਨੇ ਬਈ ਇਹਨੂੰ ਬਾਹਰ ਲੈ ਕੇ ਗਏ ਤੇ ਖਾਲਕੂ ਇਹ ਕਰ ਦੇਣਗੇ, ਹਮਲਾ ਕਰ ਦੇਣਗੇ, ਜੱਜ ਦੀ ਜਾਨ ਨੂੰ ਖਤਰਾ, ਮੁਲਾਜ਼ਮਾਂ ਦੀ ਜਾਨ ਨੂੰ ਖਤਰਾ। ਮੈਂ ਕਿਹਾ ਜੀ ਤੁਸੀਂ ਕਹੋ ਕਿ ਜੀ ਫਾਸਟ ਟਰੈਕ ਅਦਾਲਤ ਤਿਹਾੜ ਜੇਲ੍ਹ ਨੰਬਰ 3 ਦੇ ਪ੍ਰੈਮਿਸਿਸ ਦੇ ਅੰਦਰ ਹੀ ਬਣਾਈ ਜਾਏ, ਨਹੀਂ ਤੇ ਮੈਨੂੰ ਬਣਾਉਣ ਦਾ ਕੀ ਫਾਇਦਾ ਹੋਇਆ ਉਸ ਦਾ। ਮਿਸਟਰ ਅਹਿਮਦੀ ਨੇ ਕਿਹਾ ਉਹਨਾਂ ਦਿਨਾਂ ਵਿੱਚ ਜੀ 89 ਵਿੱਚ ਲਗਭਗ 36 ਲੱਖ ਰੁਪਈਆ ਖਰਚ ਕੇ ਇਹਨਾਂ ਨੇ ਅਦਾਲਤ ਬਣਾਈ ਜੀ। ਔਰ ਆ ਪਹਿਲਾ ਕੇਸ ਆ ਮੇਰਾ, ਦੇਖੋ ਬਿਫੋਰ ਇੰਡੀਪੈਂਡੈਂਟ ਵੀ ਐਸਾ ਨਹੀਂ ਜੀ ਹੋਇਆ ਕਿ ਜੇਲ੍ਹ ਦੇ ਅੰਦਰ
ਇੱਕ ਮੁਲਜ਼ਮ ਤੇ ਸੁਣਵਾਈ ਵਾਸਤੇ ਸਪੈਸ਼ਲ ਅਦਾਲਤ ਬਣੇ, ਕਮਰੇ ਬਣਨ ਤੇ ਜੱਜ ਨਿਯੁਕਤ ਹੋਏ। ਫਿਰ ਮੇਰੀ ਸੁਣਵਾਈ ਚੱਲੀ ਜੀ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ। ਮੈਂ ਸਾਰੇ ਕੇਸਾਂ ਨੂੰ ਕਿਹਾ, ਮੈਂ ਕਿਹਾ ਜੀ ਸਾਂਝੇ ਕਰ ਦਿਓ, ਸਾਰੇ ਕੇਸਾਂ ਦੀਆਂ ਗਵਾਹੀਆਂ ਲਾਇਓ, ਮੈਂ ਕਿਸੇ ਕੇਸ ਤੇ ਵੀ ਕਿੰਤੂ ਨਹੀਂ ਕਰਦਾ, ਤੁਸੀਂ ਸਾਬਤ ਕਰੋ। ਹੁਣ ਸਾਬਤ ਕਿੱਥੋਂ ਕਰਨ ਜੀ? ਉਹ ਇੱਕ ਕਰਕੇ ਸਾਰੇ ਕੇਸਾਂ ਵਿੱਚੋਂ ਮੈਂ ਬਾਇਜ਼ਤ ਬਰੀ ਹੋ ਗਿਆ। ਅਖੀਰ ਵਿੱਚ 3 ਕੇਸ ਰਹਿ ਗਏ ਜੀ। ਇੱਕ ਕੇਸ ਸਿਮਰਨਜੀਤ ਸਿੰਘ ਮਾਨ ਨੇ ਮੇਰੇ ਤੇ ਪਵਾਇਆ ਸੀ ਭਾਗਲਪੁਰ ਜੇਲ੍ਹ ਵਿੱਚ। ਇੱਕ ਕੇਸ ਭਾਰਤ ਸਰਕਾਰ ਨੇ ਇਹ ਪਾਇਆ ਸੀ ਨਹੀਂ, ਭਾਗਲਪੁਰ ਜੇਲ੍ਹ ਵਾਲਾ ਕਿਹੜਾ ਕੇਸ ਸੀ ਉਹ? ਦੇਖੋ ਜੀ, ਸਿਮਰਨਜੀਤ ਸਿੰਘ ਤਾਂ ਮਾਨ ਆਪ ਉੱਥੇ ਜੇਲ੍ਹ 'ਚ ਸੀਗੇ, ਭਾਗਲਪੁਰ ਹੀ ਸੀ ਉਦੋਂ? ਨਹੀਂ, ਮੈਂ ਤਿਹਾੜ ਜੇਲ੍ਹ ਹੀ ਸੀ ਜੀ। ਨਹੀਂ, ਮਾਨ ਸਾਹਿਬ। ਹਾਂ, ਮੈਂ ਤੁਹਾਨੂੰ ਇਹੀ ਦੱਸਣ ਲੱਗਾ। ਸਿਮਰਨਜੀਤ ਸਿੰਘ ਮਾਨ ਫੜਿਆ ਗਿਆ 84 ਚ, ਮੈਂ ਫੜਿਆ ਜਾਂਦਾ 88 ਚ, ਲਗਭਗ 4 ਸਾਲ ਦਾ ਵਕਫਾ। 84 ਸਿਮਰਨਜੀਤ ਸਿੰਘ ਮਾਨ ਨੇ ਸਾਰਾ ਕੁਝ ਮੇਰੇ ਤੇ ਸੁੱਟ ਦਿੱਤਾ ਜੀ, ਟੋਟਲ ਜੋ ਪਤਾ ਜੀ ਅਤਿੰਦਰਪਾਲ ਸਿੰਘ ਨੂੰ, ਜੋ ਮੇਰੇ ਤੋਂ ਇਸਤੀਫਾ ਵੀ ਦਵਾਇਆ ਅਤਿੰਦਰਪਾਲ ਸਿੰਘ ਨੇ, ਤੇ ਬਿਆਨ ਨੇ ਕਿ ਜੀ ਮੈਂ ਨਹੀਂ ਸੀ ਦੇਣਾ ਜੀ ਇਸਤੀਫਾ, ਅਤਿੰਦਰਪਾਲ ਸਿੰਘ ਨੇ ਦਵਾਇਆ ਮੇਰੇ ਤੋਂ ਇਸਤੀਫਾ। ਠੀਕ ਆ, ਇੰਨਾ ਕਮਜ਼ੋਰ ਬੰਦਾ। ਉਹ ਕੇਸ ਸਾਂਝੇ ਬਣੇ ਸੀ ਜੀ, ਠੀਕ ਆ ਨਾ ਜੀ। ਕੜਛੀ ਪਿੰਡ ਬਾਰਡਰ ਤੇ ਹੈਗਾ ਜੀ, ਉੱਥੋਂ ਫੋਰੈਸਟ ਉਸ ਦੀ ਚੌਂਕੀ ਤੋਂ ਫੜਿਆ ਗਿਆ ਸੀ। ਹਾਂ, ਉਹ ਜਿਹੜੇ ਬਾਰਡਰ ਪਾਰ ਕਰਦੇ। ਇਧਰੋਂ ਤੂੰ ਕਿਉਂ ਜਾ ਰਿਹਾ? ਅਤਿੰਦਰਪਾਲ ਸਿੰਘ ਨੇ ਕਿਹਾ ਸੀ ਜੀ ਇਧਰੋਂ ਜਾ, ਠੀਕ ਆ ਜੀ। ਜਦ ਕਿ ਕਮਿਕਰ ਸਿੰਘ ਲਿਜਾਣ ਵਾਲਾ ਸੀ ਨਾਲ ਸੀ, ਹਾਂਜੀ ਸਾਰੇ। ਉਹ ਕੇਸ ਇਹਨੇ ਮੇਰੇ ਤੇ ਪਵਾਏ। ਫਿਰ ਇਸ ਤੋਂ ਡੈਰੀ ਫੜੀ ਗਈ, ਹੱਥ ਲਿਖਣ ਡੈਰੀ, ਇਹਨੂੰ ਆਪਣੇ ਜੇਬ ਵਿੱਚ ਰੱਖਣ ਦਾ ਬੜਾ ਸ਼ੌਂਕ ਸੀ। ਉਹਦੇ ਸਾਰੇ ਨੋਟ ਸਾਰੇ ਮੇਰੇ ਤੇ ਸੁੱਟੀ ਗਿਆ ਜੀ। ਉਹ ਕੇਸ ਸਾਡਾ ਸਾਂਝਾ ਕੇਸ ਬਣ ਗਿਆ, ਠੀਕ ਆ ਨਾ ਜੀ। ਉਹ 84 ਚ ਹੀ ਬਣ ਗਿਆ ਸੀ ਮੇਰੇ ਤੇ। ਫਿਰ ਇੱਕ 84 ਚ ਕੇਸ ਇਹਨੇ ਪਾਇਆ ਸੀ ਜੀ, ਜਿਹੜਾ ਹੁਣ ਲਾਲਪੁਰਾ ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦਾ ਹੁਣ ਚੇਅਰਮੈਨ ਭਾਜਪਾ ਚ ਰਲ ਕੇ ਬਣਿਆ। ਉਦੋਂ ਐਸਐਸਪੀ ਦਿਹਾਤੀ ਅੰਮ੍ਰਿਤਸਰ ਸੀ, ਠੀਕ ਆ ਨਾ ਜੀ। ਜਿਸ ਦਿਨ ਜੈਲ ਸਿੰਘ ਨੇ ਦਰਬਾਰ ਸਾਹਿਬ ਮੱਥਾ ਟੇਕਣ ਆਣਾ ਸੀ, ਠੀਕ ਆ ਨਾ ਜੀ, ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਕੇਸਰੀ ਨਿਸ਼ਾਨ ਚੁਲਾਇਆ ਗਿਆ ਸੀ ਜੀ। ਉਹ ਕੇਸ ਲਾਲਪੁਰੇ ਨੇ ਮੇਰੇ ਤੇ ਪਾਇਆ ਸੀ ਬਈ ਇਹ ਅਤਿੰਦਰਪਾਲ ਸਿੰਘ ਚੁਲਾਉਣ ਵਾਲਾ। ਤੇ ਉਹਨਾਂ ਨੇ ਉਸ ਨਿਸ਼ਾਨ ਸਾਹਿਬ ਨੂੰ ਕਿਹਾ ਵੀ ਇਹਨੇ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਚੁਲਾਇਆ, ਜਦਕਿ ਉਹ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਸੀ, ਕਿਉਂਕਿ ਪੂਰੇ ਦਰਬਾਰ ਸਾਹਿਬ ਵਿੱਚੋਂ ਸਾਰੇ ਖਤਮ ਕਰ ਦਿੱਤੇ ਗਏ ਸੀ। ਤੇ ਅਸੀਂ ਇਹ ਸਿੰਬੋਲਿਕ ਲੜਾਈ ਹੁੰਦੀ ਹੈ ਜੀ। ਤੁਸੀਂ ਪੁੱਛਿਆ ਬਈ ਕੀ ਕੀਤਾ? ਇਹ ਮਨੋਬਲ ਉੱਚਾ ਚੁੱਕਣ ਵਾਲੀਆਂ ਵੀ ਜੰਗ ਹੁੰਦੀਆਂ ਨੇ। ਤੇ ਉਹਨਾਂ ਦਿਨਾਂ ਵਿੱਚ ਮਤਲਬ ਤੁਸੀਂ ਅੰਦਾਜ਼ਾ ਲਾਓ, ਸਾਰੀ ਫੋਰਸ ਹੋਏ ਤੇ ਕੇਸਰੀ ਨਿਸ਼ਾਨ ਸਾਹਿਬ ਉੱਤੇ ਝੂਲ ਜਾਏ, ਬੜੀ ਵੱਡੀ ਸੀ ਗੱਲ ਸੀ। ਇਹ ਤੀਸਰਾ ਕੇਸ ਮੇਰੇ ਤੇ ਉਹ ਸੀ। ਚੌਥਾ ਕੇਸ ਮੇਰੇ ਤੇ ਸੀ ਕਿ ਦਰਬਾਰ ਸਾਹਿਬ ਦੀ ਜਿਹੜੀ ਕਿਲ੍ਹਾਬੰਦੀ ਹੋਈ ਹੈ, ਉਹ ਕਿਲ੍ਹਾਬੰਦੀ ਭਾਈ ਅਮਰੀਕ ਸਿੰਘ, ਜਨਰਲ ਸ਼ਬੇਕ ਸਿੰਘ, ਬਾਬਾ ਤਾਰਾ ਸਿੰਘ ਨਾਲ ਮਿਲ ਕੇ ਅਤਿੰਦਰਪਾਲ ਸਿੰਘ ਚੌਥਾ ਵਿਅਕਤੀ ਸੀ ਜਿਹਨੂੰ ਸਾਰੀ ਚੀਜ਼ ਪਤਾ ਸੀ। ਇਹ 4 ਕੇਸ ਮੇਰੇ ਤੇ ਰਹਿ ਗਏ ਜੀ। 5ਵਾਂ ਕੇਸ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸੀ ਜੀ, ਕਿਉਂਕਿ ਉਹਨੂੰ ਇਨਲੀਗਲ ਆਰਗੇਨਾਈਜੇਸ਼ਨ ਇਹਨਾਂ ਨੇ ਡਿਕਲੇਅਰ ਕੀਤੀ ਸੀ। ਔਰ ਇਨਲੀਗਲ ਆਰਗੇਨਾਈਜੇਸ਼ਨ ਵਿੱਚ ਸਰਕਾਰ ਹਰਿੰਦਰ ਸਿੰਘ ਕਾਲੋ ਨੂੰ, ਜਿਹੜਾ ਹੁਣ ਸਪੋਕਸਪਰਸਨ ਉਹਨੂੰ ਕੰਮ ਕਰਨ ਦੀ ਇਜਾਜ਼ਤ ਦੇ ਰਹੀ ਹੈ, ਤੇ ਅਤਿੰਦਰਪਾਲ ਸਿੰਘ ਵਾਂਟਡ ਹੈ। ਮਤਲਬ ਮੇਰੀ ਕਮਿਊਨਿਟੀ, ਪਤਾ ਨਹੀਂ ਮੈਂ ਕਿਸ ਕਮਿਊਨਿਟੀ ਵਾਸਤੇ ਕਿਵੇਂ ਕੀ ਗੱਲ ਕਹਾਂ, ਉਹ ਨਹੀਂ ਸਮਝਦੀ ਕਿ ਬਈ ਇੱਕ ਬੰਦਾ ਤਾਂ ਉਸੇ ਮਾਮਲੇ ਜੇਲ੍ਹ ਵਿੱਚ ਵਾਂਟਡ ਹੈ, ਪਹਿਲਾਂ ਵਾਂਟਡ ਹੈ ਤੇ ਫਿਰ ਜੇਲ੍ਹ ਵਿੱਚ ਹੈ, ਤੇ ਉਹ ਖੁੱਲ੍ਹੇਆਮ ਕੰਮ ਕਰ ਰਿਹਾ, ਉਸ ਤੇ ਕੋਈ ਕੇਸ ਵੀ ਨਹੀਂ ਹੈ। ਤੇ ਸਰਕਾਰੀਆ ਕੌਣ ਹੈ? ਅਤਿੰਦਰਪਾਲ ਸਿੰਘ ਹੈ ਕਿ ਉਹ ਹੈ? ਮੇਰੀ ਕਮਿਊਨਿਟੀ ਅੰਦਾਜ਼ੇ ਨਹੀਂ ਲਾ ਪਾਉਂਦੀ, ਬੜੀ ਜਜ਼ਬਾਤੀ ਕਮਿਊਨਿਟੀ ਹੈ। ਇਹ ਕੇਸ ਸੀ। ਫਿਰ ਇਹਨਾਂ ਕੇਸਾਂ ਵਿੱਚੋਂ ਜਿਸ ਵੇਲੇ ਭਾਗਲਪੁਰ ਤੋਂ ਅਸੀਂ ਜਿਸ ਵੇਲੇ ਇਲੈਕਸ਼ਨ ਲੜੀ, ਫਿਰ ਆ ਗਏ ਇਲੈਕਸ਼ਨ ਕਿਵੇਂ ਉਹਦਾ ਉੱਥੇ ਆਈ ਆਪਾਂ। ਇਲੈਕਸ਼ਨ ਵਿੱਚ ਸਾਰੇ ਉਮੀਦਵਾਰ ਬਾਬਾ ਅਕਾਲੀ ਦਲ ਦੇ ਖੜੇ ਹੋਣੇ ਸੀ ਜੀ, ਸਾਰੇ ਖੜੇ ਹੋਏ। ਇਹਨਾਂ ਨੇ ਮੈਨੂੰ ਟਿਕਟ ਨਹੀਂ ਦਿੱਤੀ, ਬਾਬਾ ਅਕਾਲੀ ਦਲ ਨੇ। ਮੈਂ ਆਪਣੇ ਆਪ ਨੂੰ ਫਿਰ ਇੰਡੀਪੈਂਡੈਂਟ ਪਟਿਆਲੇ ਤੋਂ ਨਾਮਜ਼ਦਗੀ ਪੱਤਰ ਭਰੇ। ਮੇਰੇ ਮਾਤਾ ਤੁਹਾਨੂੰ ਕਿਸੇ ਧਿਰ ਦੀ ਸਪੋਰਟ ਸੀਗੀ? ਨਹੀਂ ਜੀ, ਕਿਸੇ ਦੀ ਸਪੋਰਟ ਨਹੀਂ ਸੀ। ਈਵਨ ਨਾ ਆਲ ਇੰਡੀਆ, ਮੈਂ ਕਿਹਾ ਨਾ ਜੀ, ਸਾਰੇ ਤਾਂ ਸਰਕਾਰ ਨਾਲ ਮਿਲ ਕੇ ਤੁਰਦੇ ਪਏ ਸੀ।
ਮੇਰੇ ਤਾਂ ਪੇਪਰ ਖਾਰਜ ਕਰਾਉਣ ਲਈ ਗਲਤ ਦਸਤਖਤ ਕਰਕੇ ਗੁਰਸੇਵ ਸਿੰਘ ਹਰਪਾਲਪੁਰ ਨੇ ਮੇਰੇ ਗਲਤ ਦਸਤਖਤ ਕਰਕੇ ਬਰਜਿੰਦਰ ਸਿੰਘ ਸੋਢੀ ਵਕੀਲ ਰਾਹੀਂ ਡੀਸੀ ਨੂੰ ਕਿਹਾ ਜੀ ਉਹ ਪੇਪਰ ਵਾਪਸ ਲੈਣਾ ਚਾਹੁੰਦਾ। ਤੇ ਇਹਨਾਂ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਤਿੰਦਰਪਾਲ ਸਿੰਘ ਨੇ ਲਾ ਪੜ੍ਹੀ ਹੋਈ ਹੈ। ਮੈਂ ਪੇਪਰ ਪੜ੍ਹੇ ਸੀ ਤਿਹਾੜ ਜੇਲ੍ਹ ਤੋਂ, ਮੈਂ ਉੱਥੇ ਗਵਾਹੀ ਪਵਾਈ ਸੀ ਜੇਲਰ ਦੀ, ਤੇ ਜਦੋਂ ਗਵਾਹੀ ਪਾਈ ਸੀ ਉਹਦੇ ਵਿੱਚ ਹੀ ਮੈਂ ਨੋਟ ਲਵਾ ਦਿੱਤਾ ਸੀ ਕਿ ਮੇਰੇ ਪੇਪਰਾਂ ਦੇ ਮਾਮਲੇ 'ਚ ਤੇ ਮੇਰੇ ਕਿਸੇ ਵੀ ਪੋਲੀਟੀਕਲ ਮਾਮਲੇ 'ਚ ਮੇਰਾ ਕੋਈ ਪੋਲੀਟੀਕਲ ਏਜੰਟ ਨਹੀਂ ਹੋਏਗਾ। ਜੇਲ੍ਹ ਵਿੱਚ ਥਰੋ ਜੇਲਰ ਮੇਰੇ ਪੁੱਛੇ ਬਿਨਾ ਮੇਰੇ ਮਾਮਲੇ 'ਚ ਕਿਸੇ ਦਾ ਕੋਈ ਨਿਪਟਾਰਾ ਨਹੀਂ ਹੋਏਗਾ। ਮੈਂ ਪਹਿਲਾਂ ਹੀ ਨੋਟ ਲਵਾ ਕੇ ਉਹਨੂੰ ਮੋਹਰ ਬੰਦ ਕਰਵਾ ਲਿਆ ਸੀ, ਔਰ ਉਸ ਤੇ ਡੈਜਿਗਨੇਟਡ ਕੋਰਟ ਨੰਬਰ 3 ਦੇ ਜੱਜ ਦੇ ਦਸਤਖਤ ਸੀ। ਇਹਨਾਂ ਨੇ ਸੋਚਿਆ, ਸਰਕਾਰ ਨੇ ਵੀ ਸੋਚਿਆ ਵੀ ਆਪਾਂ ਤਾਂ ਇਹਦੇ ਪੇਪਰ ਵਾਪਸ ਕਰਾ ਦਈਏ। ਉਹ ਡੀਸੀ ਡਾਕਟਰ ਗੁਪਤਾ ਸੀ ਉਸ ਵੇਲੇ, ਉਹਦੇ ਕੋਲ ਉਹ ਚਿੱਠਾ ਆਇਆ ਹੋਇਆ ਸੀ। ਉਹਨੇ ਕਹਿਤਾ ਜੀ ਉਹਨੇ ਤਾਂ ਕਿਸੇ ਨੂੰ ਡਿਪਿਊਟ ਹੀ ਨਹੀਂ ਕੀਤਾ, ਮੈਂ ਵਾਪਸ ਕਰਾਂਗੇ, ਇਹ ਤਾਂ ਹੋਣਗੇ ਤੇ ਜੇਲ੍ਹ ਤੋਂ ਹੀ ਵਾਪਸ ਹੋਣਗੇ। ਮੈਂ ਪਹਿਲਾਂ ਆਪਣੇ ਪੇਪਰ ਇੰਜ ਬਚਾਏ ਜੀ। ਅਖੀਰ ਵਿੱਚ ਮੇਰੀ ਮਿਸਿਜ ਨਿਜ਼ਾਮਪੁਰ ਜੇਲ੍ਹ ਵਿੱਚ ਗਈ, ਟੋੜਾ ਸਾਹਿਬ ਉੱਥੇ ਅਰੈਸਟਡ ਸੀ ਕਿ ਬਈ ਤੁਸੀਂ ਆਪਣਾ ਉਮੀਦਵਾਰ ਰਾਮੂਵਾਲੀਆ ਨਾ ਖੜਾ ਕਰੋ, ਜਿੱਥੇ ਸਾਰਾ ਪੰਥ ਨੇ ਸਾਰੇ ਉਮੀਦਵਾਰ ਖੜੇ ਕੀਤੇ ਨੇ, ਇੱਕ ਸੀਟ ਇਹ ਵੀ ਛੱਡ ਦਿਓ। ਜਥੇਦਾਰ ਟੋੜਾ ਨੇ ਛਾਤੀ ਤੇ ਆ ਹੱਥ ਮਾਰ ਕੇ ਮੇਰੀ ਮਿਸਿਜ ਨੂੰ ਕਿਹਾ, ਕਹਿੰਦਾ ਉਹਨੂੰ ਤਾਂ ਫਾਂਸੀ ਅਸੀਂ ਚੜਾਵਾਂਗੇ, ਦੇਖੋ ਕਿਵੇਂ ਫਾਂਸੀ ਚੜਦਾ, ਅਸੀਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ। ਉਹਨਾਂ ਨੂੰ ਉਸ ਵੇਲੇ ਪੋਲੀਟੀਕਲ ਕੋਈ ਇੰਨੀ ਜਾਣਕਾਰੀ ਨਹੀਂ ਸੀ। ਇਹਨੇ ਪੁੱਛਿਆ ਬਈ ਕਿਉਂ, ਕਹਿੰਦਾ ਉਹ ਜੇਲ੍ਹ ਤੋਂ ਬਾਹਰ ਆ ਗਿਆ ਤੇ ਅਸੀਂ ਸਾਰੇ ਜ਼ੀਰੋ ਹੋ ਜਾਵਾਂਗੇ, ਮੈਂ ਚੜਾਊਂ ਉਹਨੂੰ ਫਾਂਸੀ। ਮੇਰੀ ਮਾਤਾ ਜੀ ਸਿਮਰਨਜੀਤ ਸਿੰਘ ਮਾਨ ਦੇ ਘਰੇ ਗਈ, ਇਹਦੇ ਫਾਦਰ ਸਾਹਿਬ ਨੇ ਮੀਟਿੰਗ ਸੱਦੀ, ਜੋਗਿੰਦਰ ਸਿੰਘ ਤਲਾਨੀਆ ਜੀ। ਉੱਥੇ ਉਹਨਾਂ ਨੇ ਕਿਹਾ ਬਈ ਤੁਸੀਂ ਚਰਨਜੀਤ ਸਿੰਘ ਵਾਲੀਏ ਨੂੰ ਬਿਠਾ ਲਓ। ਮਾਨ ਸਾਹਿਬ ਦੇ ਘਰੋਂ ਮਾਨ ਸਾਹਿਬ ਦੇ ਪਿਤਾ ਤੇ ਇਹਦੇ ਜੀਜੇ ਨੇ ਟੈਡੀ ਨੇ ਧੱਕੇ ਮਾਰ ਕੇ ਮੇਰੀ ਮਾਤਾ ਨੂੰ ਬਾਹਰ ਕੱਢਿਆ, ਤਾਰਾਂ ਤੋਂ ਉੱਪਰੋਂ ਸੁੱਟਿਆ, ਪੂਰੀ ਛਿੱਲੀ ਗਈ ਜੀ ਮੇਰੀ ਮਾਤਾ। ਮਤਲਬ ਮੇਰੇ ਨਾਲ ਔਰ ਮੇਰੇ ਟੱਬਰ ਨਾਲ ਤਾਂ ਵਤੀਰਾ ਇਹਨਾਂ ਨੇ ਕੀਤਾ। ਮੈਂ ਮਿਸਿਜ ਨੂੰ ਕਿਹਾ, ਮਾਤਾ ਜੀ ਨੂੰ ਕਿਹਾ, ਮੈਂ ਕਿਹਾ ਜੀ ਕੋਈ ਘਬਰਾਉਣ ਦੀ ਲੋੜ ਨਹੀਂ, ਦਰਬਾਰ ਸਾਹਿਬ ਜਾ ਕੇ ਅਰਦਾਸ ਕਰੋ, ਤੁਸੀਂ ਆਪਣਾ ਪ੍ਰਚਾਰ ਕਰੀ ਜਾਓ, ਜਿਵੇਂ ਅਕਾਲ ਪੁਰਖ ਨੂੰ ਪਾਵੇਗਾ ਉਵੇਂ ਹੋਏਗਾ। ਇੱਕ ਸਫੇ ਦੀ ਮੈਂ ਚਿੱਠੀ ਦਿੱਤੀ ਕਿ ਬਈ ਮੇਰੀ ਜੇਲ੍ਹ ਤੋਂ ਰਿਹਾਈ ਤੁਹਾਡੇ ਹੱਥ 'ਚ ਹੈ, ਜੰਦਾ ਕੁੰਜੀ ਮੇਰਾ ਨਿਸ਼ਾਨ ਹੈ, ਜੰਦਾ ਸਰਕਾਰ ਦਾ ਵੱਜਾ, ਕੁੰਜੀ ਤੁਹਾਡੀ ਹੈ। ਇਹ ਕੁੰਜੀ ਜੇ ਤੁਸੀਂ ਖੋਲੋਗੇ ਤੇ ਮੈਂ ਤੁਹਾਨੂੰ ਡੈਮੋਕ੍ਰੈਟਿਕਲੀ ਪੀਸਫੁਲੀ ਖਾਲਿਸਤਾਨ ਲੈ ਕੇ ਦਾਂਗਾ। ਮੈਂ ਉਦੋਂ ਵੀ ਇਹ ਗੱਲ ਕਹੀ, ਅੱਜ ਤੱਕ ਇਹੀ ਗੱਲ ਕਹਿ ਰਿਹਾ। ਪਟਿਆਲੇ ਦੇ ਲੋਕਾਂ 'ਚ ਰੱਬ ਵਸਿਆ ਜੀ। ਮੇਰੀ ਦਰਬਾਰ ਸਾਹਿਬ ਵਿੱਚ ਅਰਦਾਸ ਸੁਣੀ ਗਈ। 3 ਦਿਨ ਪਹਿਲਾਂ ਪਟਿਆਲੇ ਦੇ ਲੋਕਾਂ 'ਚ ਰੱਬ ਵਸਿਆ, ਆਪ ਮਾਰੇ ਮੈਨੂੰ ਵੋਟਾਂ ਪਈਆਂ ਜੀ। ਜਿਹੜੇ ਦੂਜੇ ਉਮੀਦਵਾਰ ਸੀਗੇ ਬਾਬਾ ਅਕਾਲੀ ਦਲ ਦੇ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ, ਈਵਨ ਕਾਂਗਰਸ ਦਾ ਵਿਨੋਦ ਸ਼ਰਮਾ ਸੀ, ਉਹਦੀ ਵੀ ਜ਼ਮਾਨਤ ਜ਼ਬਤ ਹੋਈ ਜੀ ਮੇਰੇ ਖਿਲਾਫ। ਪਟਿਆਲੇ ਦੀ ਇੱਕੋ ਇੱਕ ਇਲੈਕਸ਼ਨ ਹੈ, ਆਉਣ ਵਾਲੇ ਸਮੇਂ ਤੱਕ ਪਤਾ ਨਹੀਂ ਕਦੋਂ ਤੱਕ ਰਿਕਾਰਡ ਰਹੇਗਾ, ਸਾਰਿਆਂ ਦੀਆਂ ਜ਼ਮਾਨਤਾਂ। ਫਿਰ ਮੈਨੂੰ ਜਿਸ ਵੇਲੇ ਮੈਂ ਮਤਲਬ ਮੈਂਬਰ ਪਾਰਲੀਮੈਂਟ ਬਣ ਗਿਆ, ਮਿਸਟਰ ਕਾਓ ਤੇ ਅੱਜ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਮੋਦੀ ਸਾਹਿਬ ਦੇ, ਮਿਸਟਰ ਡੋਭਾਲ, ਅਜੀਤ ਡੋਭਾਲ, ਬੋਲਣਾ ਬੜਾ ਔਖਾ ਹੁੰਦਾ ਜੀ, ਲੋਕਾਂ ਦੀਆਂ ਆਵਾਜ਼ਾਂ ਕੰਬਦੀਆਂ ਨੇ। ਇਹ ਮੇਰੇ ਕੋਲ ਜੇਲ੍ਹ ਵਿੱਚ ਆਏ, ਇਹਨਾਂ ਨੇ ਕਿਹਾ ਤੇਰੀ ਉਮੀਦਵਾਰੀ ਹੈ। ਮੇਰਾ 3 ਦਿਨ ਵਿਦ ਹੈਲਡ ਕੀਤਾ ਜੀ ਇਹਨਾਂ ਨੇ। ਅੱਛਾ, ਹਾਂ 3 ਦਿਨ ਅਨਾਉਂਸ ਨਹੀਂ ਕੀਤਾ। ਪਰ ਮੈਨੂੰ ਪਤਾ ਲੱਗਾ ਸੀ ਕਿ ਰਿਜ਼ਲਟ ਥੋੜਾ ਸਵੇਰੇ ਜੀ ਆ ਗਿਆ ਸੀ। ਬਿਰਸਾ ਸਿੰਘ ਵਲਟੋਆ ਹੋਰ ਦੱਸਦੇ ਸੀ ਕਿ 8 ਵਜੇ ਸਵੇਰੇ ਡਿਕਲੇਅਰ ਹੋ ਗਿਆ ਸੀ। ਵੀਰ ਜੀ ਮੇਰੇ ਕੋਲ ਤਾਂ ਕਾਗਜ਼ ਪਏ ਨੇ, ਡਿਕਲੇਅਰ ਤਾਂ ਹੋ ਗਿਆ ਸੀ, ਪਰ ਜਦ ਤੱਕ ਸਰਟੀਫਿਕੇਟ ਨਹੀਂ ਮਿਲੇਗਾ। ਦੇਖੋ ਇਲੈਕਸ਼ਨ ਦੇ ਹਰ ਚੀਜ਼ ਕ੍ਰਿਸਟਲ ਕਲੀਅਰ ਹੋ ਜਾਂਦੀ ਹੈ ਜਦੋਂ ਵੋਟਾਂ ਦੀ ਗਿਣਤੀ ਪੂਰੀ ਹੋ ਜਾਏ, ਪਰ ਉਦੋਂ ਤੱਕ ਕੰਪਲੀਟ ਨਹੀਂ ਹੁੰਦਾ ਪ੍ਰੋਸੈਸ ਜਦ ਤੱਕ ਤੁਹਾਨੂੰ ਸਰਟੀਫਿਕੇਟ ਨਾ ਮਿਲ ਜਾਏ। ਠੀਕ ਹੈ ਨਾ ਜੀ। 3 ਦਿਨ ਤੱਕ ਤਾਂ ਇਹਨਾਂ ਨੇ ਅਨਾਉਂਸ ਹੀ ਨਹੀਂ ਕੀਤਾ ਜੀ। 4 ਵਾਰੀ ਇਹਨਾਂ ਨੇ ਵੋਟਾਂ ਦੀ ਗਿਣਤੀ ਕਰਾਈ, 1 ਲੱਖ ਤੋਂ ਉੱਪਰ ਵੋਟਾਂ ਨਾਲ ਮੈਂ ਜਿੱਤਿਆ ਸੀ, ਕਿੱਥੋਂ ਕੁਝ ਕਰ ਲੈਣਗੇ ਜੀ। ਠੀਕ ਆ। ਅਲਟੀਮੇਟਲੀ ਇਹਨਾਂ ਨੇ ਫਿਰ ਮੈਨੂੰ ਜੇਲ੍ਹ ਵਿੱਚ ਆ ਕੇ ਕਿਹਾ, ਕਹਿੰਦਾ ਤੈਨੂੰ ਇੰਨੇ ਬਦਨਾਮ ਕਰ ਦਾਂਗੇ ਕਾਊ ਨੇ ਤੇ ਡੋਭਾਲ ਨੇ, ਅੱਜ 27 ਚ ਹੈ, ਕਿ ਤੂੰ ਰੇਂਗੇਗਾ, ਤੇਰਾ ਟਾਰਚਰ ਤਾਂ ਇੰਨਾ ਹੋ ਗਿਆ, ਖੜਨ ਜੋਗਾ ਤੂੰ ਹੈ ਨਹੀਂ। ਐਕਚੁਅਲ ਮੈਂ ਜੇਲ੍ਹ ਵਿੱਚ ਖੜਨ ਜੋਗਾ ਨਹੀਂ ਸੀ ਜੀ। ਤੂੰ ਆਪਣੀ ਤੈਨੂੰ ਇੰਨਾ ਜੇਲ੍ਹ ਵਿੱਚੋਂ ਵੀ ਤਸੀਹਾ ਦੇ ਕੇ ਭੇਜਾਂਗੇ ਕਿ ਤੂੰ ਰੇਂਗੇਗਾ।
ਰੇਂਗ ਕੇ ਕੌਮ ਅੱਗੇ ਕਟੋਰਾ ਅੱਡੇਗਾ ਤੇ ਤੇਰੇ ਕਟੋਰੇ 'ਚ ਤੇਰੀ ਕੌਮ ਨੇ ਥੁੱਕਾਂ ਪਾਣੀਆਂ ਨੇ, ਤੈਨੂੰ ਇੰਨਾ ਬਦਨਾਮ ਕਰ ਦਾਂਗੇ। ਮੈਂ ਕਿਹਾ ਜੀ ਅਕਾਲ ਪੁਰਖ ਮੈਨੂੰ ਜਿਤਾਉਣ ਵਾਲਾ, ਜੇ ਉਹਨੇ ਮੇਰੇ ਤੋਂ ਕੋਈ ਸੇਵਾ ਲੈਣੀ ਹੋਏਗੀ ਉਹ ਮੈਨੂੰ ਜੇਲ੍ਹ ਤੋਂ ਬਾਹਰ ਕੱਢ ਲੇਗਾ, ਨਹੀਂ ਲੈਣੀ ਹੋਏਗੀ ਇੱਥੇ ਹੀ ਮੈਂ ਫਾਂਸੀ ਚੜ੍ਹ ਦਾਂਗਾ, ਮੇਰੀ ਇੱਥੇ ਹੀ ਪ੍ਰਵਾਨਗੀ ਹੈ। ਮੈਨੂੰ ਕੋਈ ਉਹ ਨਾ ਸ਼ੋਹਰਤ ਦੀ ਹੈ ਨਾ ਚੌਧਰ ਦੀ ਹੈ, ਮੈਨੂੰ ਤਾਂ ਆਪਣੇ ਕੌਮ ਦੇ ਸੰਘਰਸ਼ ਦੀ ਹੈ। ਕਹਿੰਦਾ ਯਾਦ ਰੱਖੀ ਤੂੰ। ਮੈਂ ਕਿਹਾ ਜੀ ਠੀਕ ਹੈ। ਮੇਰੇ ਨਾਲ ਇਹ ਵਾਪਰਿਆ। ਜੇਲ੍ਹ 'ਚ ਇਹਨਾਂ ਨੇ ਮੈਨੂੰ 3 ਵਾਰੀ ਕੁਦਰਤੀ ਤੌਰ ਤੇ ਮਰਵਾਉਣ ਦੀ ਕੋਸ਼ਿਸ਼ ਕੀਤੀ। 2 ਵਾਰੀ ਮੇਰੇ ਤੇ ਫਨੀਅਰ ਸਭ ਖੜੱਪੇ ਸੁੱਟੇ ਜੀ, ਫਿਰ ਇਹਨਾਂ ਨੇ ਬਿੱਛੂ ਸੁੱਟੇ ਜੀ। ਅੱਛਾ। ਫਿਰ ਮੈਂ ਇਹਨਾਂ ਨੇ ਅਖੀਰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਮੇਰੀ ਰੋਟੀ, ਮੈਨੂੰ ਸਵੇਰੇ ਇੱਕ ਕੁੱਲੜ ਚਾਹ ਜਿਹੜੀ 30 ਮਿਲੀਲੀਟਰ ਹੁੰਦੀ ਹੈ ਜੇਲ੍ਹ 'ਚ, ਕਿਉਂਕਿ ਨਾਪ ਹੁੰਦਾ, ਜਿਹੜੇ ਗਏ ਨੇ ਉਹਨਾਂ ਨੂੰ ਪਤਾ, 2 ਸੁੱਕੀਆਂ ਰੋਟੀਆਂ ਦੇਣ ਜੀ, ਸਬਜ਼ੀ ਨਾ ਦਿਆ ਕਰਨ, ਤੇ ਚਾਹ ਵਿੱਚ ਤੇ ਰੋਟੀਆਂ ਵਿੱਚ ਇੰਝ ਲਪੇਟ ਕੇ ਪੀਤੀ ਹੋਈ ਸਿਗਰਟ ਸੁੱਟ ਕੇ ਮੈਨੂੰ ਦੇ ਦਿਆ ਕਰਨ। ਮੈਂ ਜੇਲ੍ਹ ਵਿੱਚ ਜੀ ਲਗਾਤਾਰ 36 ਦਿਨ ਭੁੱਖਾ ਰਿਹਾ ਜੇਲ੍ਹ ਵਿੱਚ, ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ। ਇਹਨਾਂ ਨੂੰ ਸੀ ਬਈ ਇੱਥੇ ਮਰ ਖੱਪ ਜਾਏ, ਕੀ ਹੋਣਾ। ਅਕਾਲ ਪੁਰਖ ਨੇ ਮੈਨੂੰ ਬਚਾ ਲਿਆ ਜੀ। ਜਿਸ ਵੇਲੇ ਫਿਰ ਉਹ ਸਾਬਤ ਹੋ ਗਿਆ, ਫਿਰ ਡੈਜ਼ਿਗਨੇਟਡ ਕੋਰਟ ਨੇ ਕਿਹਾ ਕਿ ਬਈ ਇਹਦੀ ਮਿਸਿਜ ਹਫਤੇ ਵਿੱਚ 3 ਵਾਰ ਇਹਨੂੰ ਮਿਲਿਆ ਕਰੇਗੀ ਤੇ ਉਹ ਰੋਟੀ ਬਣਾ ਕੇ ਲਿਆਇਆ ਕਰੇਗੀ ਤੇ ਆਪਣੇ ਸਾਹਮਣੇ ਬੈਠ ਕੇ ਖਵਾਇਆ ਕਰੇਗੀ। ਫਿਰ ਵੀ ਇਹ ਹੋਇਆ ਕਿ ਬੱਚੀ ਮੇਰੀ ਨਾਲ ਹੁੰਦੀ ਸੀ ਛੋਟੀ, ਗੁਰਾਂਜਲ ਕੌਰ, ਉਹਨਾਂ ਨੇ ਕਹਿਣਾ ਪਹਿਲਾਂ ਸਬਜ਼ੀ ਰਲਾਓ ਜੀ, ਬੁਰਕੀ ਤੂੰ ਖਾ, ਬੁਰਕੀ ਬੱਚੀ ਖਾਏ, ਫਿਰ ਇਹਨੂੰ ਰੋਟੀ ਖਾਣ ਨੂੰ ਦੇਣੀ ਆ। ਮਤਲਬ ਐਸ ਇੰਝ ਦਾ ਵਤੀਰਾ ਰਿਹਾ। ਜਿਸ ਵੇਲੇ ਮੈਂ ਛੁੱਟਿਆ ਫਿਰ ਸੇਮ ਸਿਚੁਏਸ਼ਨ ਸੀ ਜੀ, ਪੂਰੀ ਕੌਮ ਕੇਸ ਖਤਮ ਹੋ ਗਏ ਸੀ ਤੁਹਾਡੇ ਉਦੋਂ? ਨਹੀਂ ਜੀ, ਮੈਂ ਹਾਲੇ ਜੇਲ੍ਹ ਹੀ ਸੀ, ਕੇਸ ਖਤਮ ਨਹੀਂ ਸੀ ਹੋਏ। ਸਿਮਰਨਜੀਤ ਸਿੰਘ ਮਾਨ ਨੂੰ ਜਿਸ ਦਿਨ ਰਿਜ਼ਲਟ ਆਇਆ ਜੀ, ਉਸੇ ਦਿਨ ਅੱਧੀ ਰਾਤ ਨੂੰ ਇਹਨਾਂ ਨੇ ਭਾਗਲਪੁਰ ਤੋਂ ਛੱਡ ਦਿੱਤਾ ਜੀ। ਤੇ ਮੇਰੀ ਕੌਮ ਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਕਿ ਸਿਮਰਨਜੀਤ ਸਿੰਘ ਮਾਨ ਦੀ ਡੀਲ ਹੋਈ ਸੀ ਰਾਜੀਵ ਗਾਂਧੀ ਨਾਲ, ਤੇ ਰਾਜੀਵ ਗਾਂਧੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਾ ਕੀਤਾ, ਵੀਪੀ ਸਰਕਾਰ ਨੇ ਨਹੀਂ ਕੀਤਾ। ਬੜਾ ਫਰਕ ਹੈ। ਇਹ ਉਸ ਤੋਂ ਮਾਫੀ ਮੰਗ ਕੇ ਛੁੱਟਿਆ, ਔਰ ਬਿਨਾਂ ਮੁਕੱਦਮੇ ਖਾਰਜ ਹੋਏ, ਬਿਨਾਂ ਜ਼ਮਾਨਤ ਲਏ, ਬਿਨਾਂ ਕੇਸ ਵਾਪਸ ਲਏ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਦਿੱਤਾ। ਦੈਟ ਮੀਨਸ ਕਿ ਭਈਆ ਜੇਲ੍ਹ ਤੋਂ ਭਗੋੜਾ ਹੋਇਆ। ਆਪਣੇ ਆਪ ਵਿੱਚ ਟੈਕਨੀਕਲ ਲਫ਼ਜ਼ ਹੈ, ਭਈਆ ਜੇਲ੍ਹ ਤੋੜ ਕੇ ਭੱਜ ਗਿਆ। ਜਾਂ ਤੁਸੀਂ ਸਜ਼ਾ ਭੁਗਤ ਕੇ ਬਾਹਰ ਆਓਗੇ, ਜਾਂ ਫਿਰ ਜਾਂ ਕੇਸ ਖਤਮ ਹੋਣਗੇ, ਜਾਂ ਜ਼ਮਾਨਤ ਕਰਾਓਗੇ। ਇਹਨੂੰ ਐਨੀ ਕਾਹਲ ਪਈ ਹੋਈ ਸੀ ਬਈ ਰਾਜੀਵ ਗਾਂਧੀ ਨਾਲ ਡੀਲ ਹੋਈ ਹੈ, ਹਾਰ ਗਿਆ, ਦੂਜੀ ਸਰਕਾਰ ਪਤਾ ਨਹੀਂ ਕੀ ਕਰੇ, ਤੂੰ ਤਾਂ ਮੈਨੂੰ ਛੱਡ ਕੇ ਹੀ ਜਾ। BSF ਦੇ ਜਹਾਜ਼ ਵਿੱਚ ਇਹਨੂੰ ਅੰਮ੍ਰਿਤਸਰ ਪਹੁੰਚਾਇਆ ਇਹਨਾਂ ਨੇ। ਮੈਂ ਤਿਹਾੜ ਜੇਲ੍ਹ ਵਿੱਚ ਡੈਜ਼ਿਗਨੇਟਡ ਕੋਰਟ ਨੰਬਰ 3 ਵਿੱਚ ਮੈਂ ਐਪਲੀਕੇਸ਼ਨ ਲਾ ਦਿੱਤੀ ਸਵੇਰੇ। ਮੈਂ ਕਿਹਾ ਜੀ ਮੇਰੇ ਨਾਲ ਦਾ ਜਿਹੜਾ ਸੀ ਅਕਿਊਜ਼ਡ, ਉਹਨੂੰ ਇਹਨਾਂ ਨੇ ਨਕਲੀ ਮੁਕਾਬਲੇ 'ਚ ਮਾਰ ਦਿੱਤਾ, ਉਹਨੇ ਪੇਸ਼ ਕਰੋ। ਮੈਨੂੰ ਉਸ ਦੇ ਮਾਮਲੇ 'ਚ ਬੜੀ ਚਿੰਤਾ ਹੈ, ਕਿਉਂਕਿ ਸਿਮਰਨਜੀਤ ਸਿੰਘ ਮਾਨ ਸੀ, ਕਮਿੱਕਰ ਸਿੰਘ ਸੀ, ਰਾਗੀ ਰਾਮ ਸਿੰਘ ਸੀ, ਇਹ 2 ਬੰਦੇ ਹੋਰ ਸਨ। ਇਹਨਾਂ ਨਾਲ ਜੱਜ ਨੇ ਮੇਰੀ ਐਕਸੈਪਟ ਕਰ ਲਈ ਜੀ, ਐਪਲੀਕੇਸ਼ਨ ਆਰਡਰ ਕਰ ਦਿੱਤੇ। ਫਿਰ ਇਹਦੇ ਪਿਤਾ ਜੀ ਆਏ, ਉਹ ਲੰਬੀ ਕਹਾਣੀ ਹੈ, ਦੂਸਰੇ ਪਾਸੇ ਚਲੇ ਜਾਵਾਂਗੇ। ਈਵਨ ਉਹਨਾਂ ਨੇ ਆਪਣੀ ਪੱਗ ਉਤਾਰ ਕੇ ਮੇਰੇ ਸਾਹਮਣੇ ਰੱਖੀ ਕਿ ਬਈ ਹੱਥ ਜੋੜਦੇ ਹਾਂ, ਜੋ ਹੋ ਗਿਆ, ਪਰ ਤੂੰ ਹੁਣ ਇਸ ਮਾਮਲੇ ਨੂੰ ਅੱਗੇ ਨਾ ਚੁੱਕ। ਮੈਂ ਕਿਹਾ ਜੀ ਨਾ, ਕੌਮ ਨਾਲ ਕੀਤੀਆਂ ਗੱਦਾਰੀਆਂ ਰਿਕਾਰਡਡ ਕਰਾ ਕੇ ਜਾਊਂਗਾ। ਪੱਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹੈ, ਇਹਨੂੰ ਤੁਸੀਂ ਸਿਰ ਤੇ ਸਜਾਓ, ਪਰ ਗੁਰੂ ਗੋਬਿੰਦ ਸਿੰਘ ਦੀ ਪੱਗ ਨੂੰ ਦਾਗ ਨਹੀਂ ਲੱਗਣ ਨਾ। ਮੈਂ ਰਿਕਾਰਡ ਕਰਾਇਆ ਜੀ ਬਈ ਸਿਮਰਨਜੀਤ ਸਿੰਘ ਮਾਨ ਬਿਨਾਂ ਕੇਸ ਵਾਪਸ ਹੋਏ, ਬਿਨਾਂ ਜ਼ਮਾਨਤ ਕਰਾਏ ਜੇਲ੍ਹ ਤੋੜ ਕੇ ਭੱਜਾ। ਇਹ ਰਿਕਾਰਡਡ ਹੈ ਜੀ ਗੱਲ, ਠੀਕ ਹੈ। ਮੇਰੇ ਤੇ ਕੇਸ ਚੱਲਦੇ ਰਹੇ। ਉਸ ਤੋਂ ਬਾਅਦ 9.5 ਮਹੀਨੇ ਮੇਰੇ ਤੇ ਕੇਸ ਚੱਲੇ ਜੀ। 17 ਜੁਲਾਈ 1990 ਨੂੰ ਮੇਰੀ ਰਿਹਾਈ ਹੋਈ। ਜਿਸ ਵੇਲੇ ਰਿਹਾਈ ਹੋਈ ਉਸ ਵੇਲੇ ਫਿਰ ਇਹ ਡੋਭਾਲ ਮੇਰੇ ਕੋਲ ਆਇਆ ਜੀ, ਤੇ ਮੈਨੂੰ 2002 ਦੀ ਵਰਲਡ ਸਮਿਟ 'ਚ ਜਾਣ ਦਾ UNO ਦਾ ਮੌਕਾ ਮਿਲਿਆ ਜੀ। ਫਿਰ ਉਦੋਂ ਤੋਂ ਮੇਰੀ ਐਪਲੀਕੇਸ਼ਨ ਉੱਥੋਂ ਤੱਕ ਆ ਕੇ ਮੈਨੂੰ ਫੁੱਲਫਿਲ ਹੋਈ। ਉਦੋਂ ਮਿਸਟਰ ਵਾਜਪਾਈ ਇੱਥੇ ਪ੍ਰਧਾਨ ਮੰਤਰੀ ਸੀ ਤੇ ਸਰਦਾਰ ਸ੍ਰੀ ਜਸਵੰਤ ਸਿੰਘ ਫਾਰਨ ਮਿਨਿਸਟਰ ਸੀ। ਭਾਰਤ ਸਰਕਾਰ ਨੇ ਜੀ ਮੇਰਾ ਪਾਸਪੋਰਟ ਜ਼ਬਤ ਕਰ ਲਿਆ। ਓਕੇ, ਕਿ ਵੀ ਤੈਨੂੰ ਨਹੀਂ ਜਾਣ ਦੇਣਾ, ਕਿਉਂਕਿ ਇਨਵੀਟੇਸ਼ਨ ਆਉਣਾ ਤਾਂ ਥਰੂ ਗਵਰਨਮੈਂਟ ਹੀ ਹੈ ਜੀ। ਮੈਂ ਫਿਰ 48 ਘੰਟੇ ਜੀ ਹਾਈ ਕੋਰਟ ਹੀ ਜਾ ਕੇ ਪਾਸਪੋਰਟ ਲਿਆ। 48 ਘੰਟੇ ਮੈਂ ਦੱਸਿਆ
ਵੀ ਮੈਂ ਇਸ ਮੁੱਦੇ ਤੇ ਜਾ ਰਿਹਾ, ਮੇਰਾ ਇਹ ਨਿਸ਼ਾਨਾ ਹੈਗਾ, ਇਹ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ। ਡਬਲ ਬੈਂਚ ਅੱਗੇ ਮੇਰਾ ਕੇਸ ਲੱਗਾ ਜੀ, ਉਹਨਾਂ ਨੇ 48 ਘੰਟੇ ਵਿੱਚ ਫੈਸਲਾ ਦਿੱਤਾ ਕਿ ਵੀ ਇਹਨੂੰ ਪਾਸਪੋਰਟ ਦਿੱਤਾ ਜਾਏ। ਹੁਣ ਚੜ੍ਹਨਾ ਤਾਂ ਦਿੱਲੀ ਤੋਂ ਹੀ ਸੀ ਜੀ, ਮੈਨੂੰ ਸੀ ਇਹਨਾਂ ਨੇ ਉੱਥੇ ਫਿਰ ਗ੍ਰਿਫਤਾਰ ਕਰ ਲੈਣਾ, ਤੇ ਮੈਂ ਆਪਣੀ ਟਿਕਟ ਰਿਜ਼ਰਵ ਕਰਾਈ ਜੀ ਦਿੱਲੀ ਤੋਂ, ਤੇ ਮੈਂ ਦੂਸਰੀ ਟਿਕਟ ਰਿਜ਼ਰਵ ਕਰਾਈ ਜੀ ਬੰਬੇ ਤੋਂ, ਤੀਸਰੀ ਰਿਜ਼ਰਵ ਕਰਾਈ ਜੀ ਚੇਨਈ ਤੋਂ। ਓਕੇ। ਤੇ ਜਿਹੜੀ ਮੈਂ ਚੇਨਈ ਤੋਂ ਰਿਜ਼ਰਵ ਕਰਾਈ ਮੈਂ ਉਹਨੂੰ ਯੂਜ਼ ਕੀਤਾ ਜੀ, ਉਹ ਮੈਂ ਦੁਬਈ ਦੀ ਕਰਾਈ ਸੀ ਜੀ। ਤੇ ਇਹਨਾਂ ਨੂੰ ਬੰਬੇ ਔਰ ਦਿੱਲੀ ਦਾ ਪਤਾ ਸੀ ਜੀ, ਉੱਥੋਂ ਦਾ ਇਹਨਾਂ ਨੂੰ ਸਮਝ ਹੀ ਨਹੀਂ ਆਈ। ਮੈਂ ਤਾਂ ਪਹੁੰਚ ਪਾਇਆ ਜੀ ਉੱਥੇ, ਨਹੀਂ ਤਾਂ ਇਹਨਾਂ ਨੇ ਮੈਨੂੰ ਜਾਣ ਨਹੀਂ ਸੀ ਲੈਣਾ। ਜਦੋਂ ਮੈਂ ਉੱਥੇ ਪਹੁੰਚ ਗਿਆ ਤੇ ਜਸਵੰਤ ਸਿੰਘ ਦੇਖ ਕੇ ਨਾ ਮਤਲਬ ਇੱਕਦਮ ਗਸ਼ ਖਾ ਗਿਆ ਜੀ ਮੈਨੂੰ, ਫੋਰਨ ਮਿਨਿਸਟਰ ਕਹਿੰਦਾ ਤਿੰਦਰਪਾਲ ਆਪ ਕੈਸੇ? ਮੈਂ ਕਿਹਾ ਜਿਵੇਂ ਤੁਸੀਂ ਹੋਵੇਂ ਮੈਂ। ਨਹੀਂ ਮੇਰਾ ਫਿਰ ਸੰਭਲਿਆ, ਮੇਰਾ ਮਕਸਦ, ਮੈਂ ਕਿਹਾ ਤੇਰਾ ਮਕਸਦ ਠੀਕ ਹੈ, ਤੁਸੀਂ ਕੋशिश कर ली, मैं आ गया, अब आप देख लो, आपने देश वापस भी जाना। मैं कहा भाई ਹੁਣ ਤਾਂ ਯਾਰ ਜੋ ਕਰਨਾ ਤੁਸੀਂ ਕਰ ਲਿਆ ਜੇ, ਮੈਂ ਤਾਂ ਆਪਣਾ ਕੰਮ ਕਰਕੇ ਹੀ ਜਾਊਂਗਾ। ਇਹਨਾਂ ਨੇ ਪੂਰੀ ਵਾਹ ਲਾਈ ਜੀ। ਅਲਟੀਮੇਟਲੀ ਬੜੀ ਲੰਬੀ ਗੱਲ ਹੈਗੀ ਆ, ਉਹ ਮੈਂ ਸੰਖੇਪ ਵਿੱਚ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਸੈਕਟਰੀ ਜਨਰਲ ਨੂੰ ਯੂਐਨਓ ਨੂੰ ਰਿਟਰਨ ਵਿੱਚ ਦਿੱਤਾ ਕਿ ਇੱਕ ਕੰਟਰੀ ਤੋਂ ਸਿਰਫ ਪ੍ਰਾਈਮ ਮਿਨਿਸਟਰ ਬੋਲ ਸਕਦਾ, ਕਿਸੇ ਦੂਸਰੇ ਸਿਟੀਜ਼ਨ ਨੂੰ ਤੁਸੀਂ ਮੌਕਾ ਨਹੀਂ ਦੇ ਸਕਦੇ, ਔਰ ਉਹ ਕਿਸੇ ਨੇਸ਼ਨ ਨੂੰ ਅਸੀਂ ਐਕਸੈਪਟ ਨਹੀਂ ਕਰਦੇ। ਉਸ ਦੇ ਬਾਵਜੂਦ ਮੈਨੂੰ ਬੋਲਣ ਦਾ ਮੌਕਾ ਮਿਲਿਆ ਔਰ ਵਾਜਪੇਈ ਨੂੰ ਇਹਨੇ ਬਾਈਕਾਟ ਕੀਤਾ। ਓਕੇ। ਇੱਕੋ ਇੱਕ ਵਰਲਡ ਸਮਿਟ ਹੈ ਅੱਜ ਤੱਕ ਦੀ ਜਿਹਦਾ ਭਾਰਤ ਗੌਰਮੈਂਟ ਨੇ ਬਾਈਕਾਟ ਕੀਤਾ ਕਿ ਵੀ ਮੈਨੂੰ ਟਾਈਮ ਦੇ ਰਹੇ ਨੇ। ਮੈਨੂੰ ਉਹਨਾਂ ਨੇ 1.5 ਮਿੰਟ ਪਹਿਲਾਂ ਦਿੱਤਾ, ਅਲਾਟ ਕੀਤਾ, ਫਿਰ ਮੈਂ 2.5 ਮਿੰਟ ਵਧਾ ਲਏ, ਤੇ 2.5 ਮਿੰਟ ਵਿੱਚ ਮੈਂ ਉੱਥੇ ਆਪਣੀ ਖਾਲਿਸਤਾਨ ਦੀ ਗੱਲ ਠੋਕ ਕੇ ਕਰਕੇ ਆਇਆ। ਦੂਸਰੀ ਮੈਂ ਉੱਥੇ ਇਹ ਗੱਲ ਕੀਤੀ ਸੀ ਸਸਟੇਨੇਬਿਲਿਟੀ ਦੀ, ਕਿ ਗੁਰੂ ਨਾਨਕ ਦਾ ਕੁਦਰਤ ਦਾ ਜਿਹੜਾ ਸਿਧਾਂਤ ਹੈ ਇਹ ਕਹਿੰਦਾ ਹੈ ਗੁਰੂ ਨਾਨਕ ਕਿ ਕਿਰਤ ਔਰ ਉਸ ਦਾ ਉਪਭੋਗ ਇਨਸਾਨ ਇਸ ਟਾਈਪ ਨਾਲ ਸੰਜਮ ਨਾਲ ਕਰੇ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਹੂ ਸਾਰਾ ਕੁਝ ਕੁਦਰਤੀ ਛੱਡ ਕੇ ਜਾਏ ਜੀ। ਮੇਰੇ ਇਸ ਕਨਸੈਪਟ ਨੂੰ ਉਹਨਾਂ ਨੇ ਐਕਸੈਪਟ ਕੀਤਾ ਉਦੋਂ। ਉੱਥੇ ਫਿਰ ਮੈਂ ਦੁਨੀਆ ਦੇ ਦੇਸ਼ਾਂ ਨਾਲ ਇਕੱਠੀ ਪ੍ਰੈਸ ਕਾਨਫਰੰਸ ਕੀਤੀ ਜੀ, ਤੇ ਉੱਥੋਂ ਆਉਂਦਿਆਂ ਸਾਰ ਇਹਨਾਂ ਨੇ ਦਿੱਲੀ ਚ ਆਇਆ, ਮੈਂ ਵਾਪਸ ਵਾਇਆ ਬੰਬੇ। ਬੰਬੇ ਤੋਂ ਜਿਸ ਵੇਲੇ ਮੈਂ ਪੰਜਾਬ ਵੜ ਰਿਹਾ ਸੀ, ਇਹਨਾਂ ਨੇ ਮੈਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਪੁੱਛ ਪੜਤਾਲ ਕੀਤੀ। ਮੈਂ ਕਿਹਾ ਜੀ ਮੈਂ ਜੋ ਕਿਹਾ ਤੁਹਾਡੇ ਮਿਨਿਸਟਰ ਦੇ ਸਾਹਮਣੇ ਕਿਹਾ, ਤੁਸੀਂ ਦੇਖ ਲਓ। ਨਹੀਂ ਤੂੰ ਇੰਜ ਕਿਉਂ ਕਰਦਾ? ਮੈਂ ਕਿਹਾ ਜੀ ਮੇਰਾ ਰਾਈਟ ਹੈ, ਆਂਦਾ ਦੱਸੋ ਮੈਂ ਕੋਈ ਅਨਕਨਸਟੀਟਿਊਸ਼ਨਲ ਕੰਮ ਕਰਦਾ ਤਾਂ ਦੱਸੋ, ਮੇਰਾ ਕਨਸਟੀਟਿਊਸ਼ਨਲ ਰਾਈਟ ਹੈ। ਉਹ ਮੈਂ ਖਾਲਿਸਤਾਨ ਨੂੰ ਯੂਐਨਓ ਵਿੱਚ ਇੰਜ ਪ੍ਰਵਾਨ ਕਰਵਾਇਆ ਜੀ। ਉਸ ਤੋਂ ਬਾਅਦ ਮੈਂ 2007 ਵਿੱਚ ਬਾਦਲ ਸਾਹਿਬ ਦੇ ਖਿਲਾਫ ਲੰਬੀ ਹਲਕੇ ਤੋਂ ਖਾਲਿਸਤਾਨ ਤੇ ਵੋਟ ਮੰਗੀ ਜੀ, ਕਿਉਂਕਿ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਲੋਕ, ਪੰਜਾਬ ਦਾ ਵੋਟਰ ਔਰ ਸਿੱਖ ਇੰਨਾ ਜ਼ਿਆਦਾ ਡਰਿਆ ਹੋਇਆ ਜੀ ਕਿ ਯਕੀਨ ਹੀ ਨਹੀਂ ਸੀ ਕਰਦਾ ਕਿ ਵੀ ਕੋਈ ਖਾਲਿਸਤਾਨ ਲਈ ਇੰਨੇ ਕੰਮ ਕਰ ਸਕਦਾ। ਮੈਂ ਉਹ ਯਕੀਨ ਦਿਵਾਉਣ ਲਈ ਇੱਕ ਲਾਈਨ ਦਾ ਮੈਨੀਫੈਸਟੋ ਤਿਆਰ ਕੀਤਾ ਕਿ ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਪੰਜਾਬ ਵਿਧਾਨ ਸਭਾ ਰਾਹੀਂ ਪੀਸਫੁਲੀ ਡੈਮੋਕ੍ਰੈਟਿਕਲੀ ਵੋਟ ਦੀ ਸ਼ਕਤੀ ਨਾਲ ਖਾਲਿਸਤਾਨ ਲੈ ਕੇ ਦਾਂਗਾ ਜੀ। ਇਸ ਤੇ ਬਾਦਲ ਸਾਹਿਬ ਨੇ ਆਬਜੈਕਸ਼ਨ ਕੀਤਾ ਇਲੈਕਸ਼ਨ ਕਮਿਸ਼ਨਰ ਕੋਲ। ਪਹਿਲਾਂ ਉਹਨਾਂ ਨੇ ਮੇਰੇ ਨਾਂ ਨਾਲੋਂ ਖਾਲਿਸਤਾਨੀ ਹਟਵਾਇਆ, ਕਿਉਂਕਿ ਇਲੈਕਸ਼ਨ ਕਮਿਸ਼ਨਰ ਨੇ ਕਿਹਾ ਬਈ ਆਪਣੀ ਐਜੂਕੇਸ਼ਨ ਹਿਸਟਰੀ 'ਚ ਦੱਸ ਕਦੇ ਤੂੰ ਲਾਇਆ। ਮੈਂ ਕਿਹਾ ਜੀ ਐਜੂਕੇਸ਼ਨ ਹਿਸਟਰੀ 'ਚ ਕਦੇ ਬਾਦਲ ਵੀ ਲਾਇਆ, ਇਹਨੂੰ ਵੀ ਪੁੱਛੋ ਸਹੀ ਜਿਹਨੇ ਸ਼ਿਕਾਇਤ ਕੀਤੀ ਹੈ। ਫਿਰ ਉੱਥੇ ਆ ਕੇ ਚੁੱਪ ਕਰ ਗਏ, ਪਰ ਉਹਨਾਂ ਨੇ ਕਟਵਾਇਆ। ਮੈਂ ਕਿਹਾ ਜੀ ਕਹਿੰਦੇ ਖਾਲਸਾ ਲਾ ਲਓ। ਮੈਂ ਕਿਹਾ ਨਹੀਂ ਜੀ, ਲਾਣਾ ਤੇ ਖਾਲਿਸਤਾਨ ਲਾਣਾ। ਖਾਲਸਾ ਤਾਂ ਮੇਰਾ ਗੁਰੂ ਦਾ ਦਿੱਤਾ ਹੋਇਆ ਤਖੱਲਸ ਆ, ਉਹਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ। ਫਿਰ ਇਹਨਾਂ ਨੇ ਉਸ ਤੇ ਆਬਜੈਕਸ਼ਨ ਕੀਤੀ। ਫਿਰ ਇਲੈਕਸ਼ਨ ਕਮਿਸ਼ਨਰ ਨੇ ਬਕਾਇਦਾ ਸੁਣਵਾਈ ਕੀਤੀ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ, ਇਹ ਮੈਂ ਪਾਰਲੀਮੈਂਟ ਵਿੱਚ ਆਲਰੇਡੀ ਬੋਲ ਚੁੱਕਾ। ਜਦੋਂ ਸਾਰਾ ਰਿਕਾਰਡ ਦੱਸਿਆ ਸਪੀਕਰ ਤੋਂ, ਉਹਨਾਂ ਨੇ ਕਨਫਰਮ ਕੀਤਾ। ਫਿਰ ਉਹਨਾਂ ਨੇ ਮੇਰਾ ਮੈਨੀਫੈਸਟੋ ਪਾਸ ਕਰ ਦਿੱਤਾ। ਮੇਰੇ ਚੋਣਾਂ ਦੇ ਜਿਹੜੇ ਪੋਸਟਰ ਸੀ ਉਹ ਵੀ ਮੈਂ ਪਾਸ ਕਰਵਾਏ ਕਿ ਕੱਲ ਨੂੰ ਕੋਈ ਦਿੱਕਤ ਨਾ ਆ ਜਾਏ। ਤੇ ਪੰਜਾਬ ਵਿੱਚ ਤੇ ਪੂਰੇ ਭਾਰਤ ਵਿੱਚ ਨਹੀਂ, ਪੂਰੇ ਸੰਸਾਰ ਵਿੱਚ ਖਾਲਿਸਤਾਨ ਲਈ ਵੋਟ ਮੰਗਣ ਵਾਲਾ ਮੈਂ ਪਹਿਲਾ ਵਿਅਕਤੀ ਹਾਂ ਜੀ। ਜਿਹੜਾ ਰੈਫਰੈਂਡਮ 2020 ਦਾ ਰੌਲਾ ਰੱਪਾ ਚੱਲ ਰਿਹਾ, ਕਦੇ ਕੁਝ ਲੋਕ ਉਹਦੇ ਹੱਕ 'ਚ ਨੇ, ਕੁਝ ਵਿਰੋਧ 'ਚ ਨੇ, ਉਹਦਾ ਤੇ ਤੁਹਾਡਾ ਜਿਹੜਾ ਖਾਲਿਸਤਾਨ ਦਾ ਸਿਧਾਂਤ ਹੈ ਕਿੰਨੇ ਕੁ ਸਿਮਿਲਰ ਨੇ?
ਦੇਖੋ ਜੀ, ਮੇਰਾ ਸਿਧਾਂਤ ਜਿਹੜਾ ਹੈਗਾ ਖਾਲਿਸਤਾਨ ਦਾ ਬਿਲਕੁਲ ਸਪਸ਼ਟ ਕ੍ਰਿਸਟਲ ਕਲੀਅਰ ਹੈ ਕਿ ਮੈਂ ਪੰਜਾਬ ਦੀ ਟੈਰੇਟਰੀ 'ਚ ਪੰਜਾਬ ਵਿਧਾਨ ਸਭਾ ਰਾਹੀਂ ਭਾਰਤ ਦੇ ਸੰਵਿਧਾਨ ਦੇ ਅੰਦਰ ਹੋ ਰਹੀਆਂ ਇਲੈਕਸ਼ਨਾਂ ਦੇ ਤਹਿਤ ਆਪਣੇ ਹੱਕ ਲੈਣੇ ਆ। ਇਹ ਬੜਾ ਸਪਸ਼ਟ ਹੈ। ਇਸ ਦਾ ਮੈਨੂੰ ਕਨਸਟੀਟਿਊਸ਼ਨਲ ਰਾਈਟ ਹੈ, ਇਸ ਦਾ ਮੈਨੂੰ ਇੰਟਰਨੈਸ਼ਨਲ ਕਾਨੂੰਨ ਦੇ ਤਹਿਤ ਰਾਈਟ ਹੈ। ਪਹਿਲੀ ਚੀਜ਼ ਤਾਂ ਇਹ ਸਮਝ ਲੈਣੀ ਚਾਹੀਦੀ ਹੈ। ਜਿਹੜੀ ਗੱਲ ਕਰ ਰਿਹਾ ਹੈ ਸਿੱਖ ਫਾਰ ਜਸਟਿਸ, ਉਹ ਟੋਟਲ ਧੋਖੇਬਾਜ਼ੀ ਵਾਲੀ ਗੱਲ ਕਰ ਰਿਹਾ ਹੈ। ਦੁਨੀਆ ਦੇ ਕਿਸੇ ਵੀ ਕੰਟਰੀ ਵਿੱਚ ਅੱਜ ਤੱਕ ਯੂਐਨਓ ਨੇ ਕਿਤੇ ਵੀ ਰੈਫਰੈਂਡਮ ਨਹੀਂ ਕਰਾਇਆ। ਯੂਐਨਓ ਦੇ ਚਾਰਟਰ ਵਿੱਚ ਵੀ ਕਿਤੇ ਨਹੀਂ ਲਿਖਿਆ ਕਿ ਯੂਐਨਓ ਕਿਤੇ ਥਾਂ ਤੇ ਰੈਫਰੈਂਡਮ ਕਰਾਏਗਾ। ਰੈਫਰੈਂਡਮ ਹਮੇਸ਼ਾ ਉਹਨਾਂ ਕੰਟਰੀਜ਼ ਵਿੱਚ ਹੁੰਦਾ ਜੀ ਜਿਨ੍ਹਾਂ ਕੰਟਰੀਜ਼ ਦੇ ਕਨਸਟੀਟਿਊਸ਼ਨ ਵਿੱਚ ਉੱਥੋਂ ਦੀ ਕਿਸੇ ਕਮਿਊਨਿਟੀ ਵਾਸਤੇ ਉਹ ਪ੍ਰੋਵੀਜ਼ਨ ਕੀਤਾ ਗਿਆ। ਜਿਵੇਂ ਕੈਨੇਡਾ ਵਿੱਚ ਕਿਊਬੈਕ ਵਾਸਤੇ ਕੀਤਾ ਗਿਆ, ਇੰਗਲੈਂਡ ਵਿੱਚ ਆਇਰਿਸ਼ ਵਾਸਤੇ ਕੀਤਾ ਗਿਆ, ਠੀਕ ਆ ਨਾ, ਆਸਟ੍ਰੇਲੀਆ ਵਿੱਚ ਰੈੱਡ ਇੰਡੀਅਨਾਂ ਵਾਸਤੇ ਕੀਤਾ ਗਿਆ ਜੀ। ਠੀਕ, ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਨੇ। ਹੁਣ ਕਿਊਬੈਕ ਵਿੱਚ ਹੋਇਆ, ਇੰਗਲੈਂਡ ਵਿੱਚ ਹੋਇਆ, ਉਹ ਉੱਥੋਂ ਦੀ ਗੌਰਮੈਂਟ ਨੇ ਕਰਾਇਆ, ਸਹੀ, ਆਪਣੇ ਕਨਸਟੀਟਿਊਸ਼ਨ ਦੇ ਅੰਡਰ ਕਰਾਇਆ। ਪੰਨੂ ਸਾਹਿਬ ਉਹਦੀ ਗਲਤ ਇਨਫੋਰਮੇਸ਼ਨ ਦੇ ਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ। ਯੂਐਨ ਉੱਥੇ ਕੋਈ ਆਬਜ਼ਰਵਰ ਨਹੀਂ ਸੀ, ਕੋਈ ਕੁਛ ਨਹੀਂ ਸੀ, ਕਿਉਂਕਿ ਯੂਐਨਓ ਦੇ ਚਾਰਟਰ ਵਿੱਚ ਇਹ ਚੀਜ਼ਾਂ ਹੈ ਹੀ ਨਹੀਂ ਜੀ। ਜੇ ਯੂਐਨਓ ਰੈਫਰੈਂਡਮ ਕਰਾ ਸਕਦਾ ਹੁੰਦਾ ਤਾਂ 1948 ਚ ਯੂਐਨਓ ਨੇ ਖੁਦ ਮਤਾ ਪਾਸ ਕੀਤਾ ਹੋਇਆ ਕਿ ਕਸ਼ਮੀਰ ਵਿੱਚ ਭਾਰਤ ਸਰਕਾਰ ਰੈਫਰੈਂਡਮ ਕਰਵਾਏ। ਜੀ, ਯੂਐਨਓ ਦਾ ਮਤਾ 1948 ਦਾ। ਉਸ implement ਕਰਾ ਸਕਦੇ। ਹਾਂਜੀ, ਉਸ ਮਤੇ ਨਾਲ ਦੁਨੀਆ ਦੇ 72 ਦੇਸ਼ ਖੜੇ ਨੇ, ਸਾਰੇ ਮੁਸਲਿਮ ਕੰਟਰੀਜ਼, ਚਾਈਨਾ, ਸਾਰੇ ਔਰ ਚਾਈਨਾ ਦੇ ਦੋਸਤ ਕੰਟਰੀਜ਼ ਜੀ, ਉਸ ਮਤੇ ਨਾਲ ਖੜੇ ਨੇ। ਉਸ ਦੇ ਬਾਵਜੂਦ ਪਾਕਿਸਤਾਨ ਦੇ ਕਹਿਣ ਦੇ, ਚਾਈਨਾ ਦੇ ਕਹਿਣ ਦੇ, 72 ਦੇਸ਼ਾਂ ਦੇ ਕਹਿਣ ਦੇ ਬਾਵਜੂਦ ਭਾਰਤ ਨੇ ਕਦੇ ਕਸ਼ਮੀਰ ਵਿੱਚ ਰੈਫਰੈਂਡਮ ਨਹੀਂ ਕਰਾਇਆ। ਗੱਲ ਨੂੰ ਸਾਨੂੰ ਸਮਝਣਾ ਪੈਣਾ ਜੀ। ਭਾਰਤ ਸਰਕਾਰ ਯੂਐਨਓ ਨੂੰ ਰਿਟਰਨ ਵਿੱਚ ਦੇ ਚੁੱਕੀ ਹੈ ਕਿ ਵੀ ਸਾਡੇ ਕਨਸਟੀਟਿਊਸ਼ਨ ਵਿੱਚ ਹੀ ਪ੍ਰੋਵੀਜ਼ਨ ਨਹੀਂ ਹੈ, ਤੇ ਜਿਹੜੀ ਪ੍ਰੋਵੀਜ਼ਨ ਸਾਡੇ ਕਨਸਟੀਟਿਊਸ਼ਨ ਵਿੱਚ ਨਹੀਂ, ਉਸ ਵਾਸਤੇ ਤੁਸੀਂ ਸਾਨੂੰ ਕਿਵੇਂ ਕਹਿ ਸਕਦੇ ਹੋ? ਸਹੀ। ਤੇ ਮੈਨੂੰ ਨਹੀਂ ਸਮਝ ਆ ਰਹੀ ਕਿ ਸਿੱਖ ਕਮਿਊਨਿਟੀ ਇੰਨੀ ਜ਼ਿਆਦਾ ਵਰਗਲਾਈ ਕਿਉਂ ਹੋਈ ਹੈ। ਸਿੱਖ ਫਾਰ ਜਸਟਿਸ ਦੇ ਕਹਿਣ ਤੇ ਰੈਫਰੈਂਡਮ ਕਿੰਨੇ ਕਰਾ ਦੇਣਾ? ਉਹ 2020 ਵੀ ਨਿਕਲ ਗਿਆ, 2021 ਵੀ ਨਿਕਲ ਗਿਆ, 22 ਵੀ ਨਿਕਲ ਜਾਏਗਾ। ਇਹ ਤਾਂ ਪੂਰੀ ਜ਼ਿੰਦਗੀ ਉਹਨਾਂ ਨੇ ਪੈਸੇ ਕਮਾਉਣ ਵਾਲੇ ਕੰਮ ਕਰਨੇ ਆ। ਉਹ ਪੈਸੇ ਕਮਾ ਰਹੇ ਨੇ, ਇੱਕ ਦੁਕਾਨਦਾਰੀ। ਖਾਲਿਸਤਾਨ ਦੇ ਲਫ਼ਜ਼ ਨੂੰ ਤੇ ਖਾਲਿਸਤਾਨ ਦੇ ਏਜੰਡੇ ਨੂੰ ਸਭ ਤੋਂ ਜ਼ਿਆਦਾ ਸਿੱਖ ਲੀਡਰਸ਼ਿਪ ਨੇ ਸ਼ੋਸ਼ਣ ਕੀਤਾ, ਇਸ ਨੂੰ ਬਦਨਾਮ ਕੀਤਾ ਜੀ, ਇਸ ਨੂੰ ਆਪਣੀ ਰੋਟੀ ਤੋਰੀ ਫੁਲਕੇ ਦਾ ਸਾਧਨ ਬਣਾਇਆ। ਕੀਤਾ ਇਹਨਾਂ ਵਿੱਚੋਂ ਕਿਸੇ ਨੇ ਡੱਕਾ ਵੀ ਨਹੀਂ ਖਾਲਿਸਤਾਨ ਲਈ ਕੰਮ ਕੀਤਾ ਹੋਏ, ਇੱਕ ਡੱਕਾ ਤੋੜ ਕੇ ਵੀ ਨਹੀਂ ਲਾਇਆ ਸਿਵਾ ਨਾਅਰੇਬਾਜ਼ੀ ਤੋਂ। ਜੀ, ਇਹ ਸਿੱਖ ਕੌਮ ਨੂੰ ਸਮਝਣਾ ਪੈਣਾ। ਦੂਸਰੀ ਚੀਜ਼, ਜਿਹੜਾ ਵੱਡਾ ਫਰਕ ਹੈਗਾ, ਉਹ ਬੜਾ ਸਪਸ਼ਟ ਫਰਕ ਹੈ ਜੀ। ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਰਹਿ ਰਹੇ ਸਿੱਖ ਆਪਣੇ ਆਪਣੇ ਦੇਸ਼ ਦਾ ਤੇ ਕਨਸਟੀਟਿਊਸ਼ਨ ਮੰਨਦੇ ਨੇ, ਕਾਨੂੰਨ ਮੰਨਦੇ ਨੇ। ਉੱਥੇ ਕਹਿੰਦੇ ਨੇ ਅਸੀਂ ਕਾਨੂੰਨ ਦੇ ਖਿਲਾਫ ਨਹੀਂ ਜੀ ਜਾਣਾ, ਜੀ, ਅਸੀਂ ਸੰਵਿਧਾਨ ਦੇ ਖਿਲਾਫ ਨਹੀਂ ਜਾਣਾ। ਤੇ ਸਾਰੀ ਦੁਨੀਆ ਦਾ ਸਿੱਖ ਪੰਜਾਬ ਦੇ ਸਿੱਖਾਂ ਨੂੰ ਕਿਉਂ ਕਹਿੰਦਾ ਤੁਸੀਂ ਭਾਰਤ ਸਰਕਾਰ ਦੇ ਕਨਸਟੀਟਿਊਸ਼ਨ ਦੇ ਖਿਲਾਫ ਕੰਮ ਕਰੋ? ਕਿੰਨਾ ਵੱਡਾ ਦੋਗਲਾਪਨ ਆ। ਜੇ ਸਾਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਨਸਟੀਟਿਊਸ਼ਨ ਦੇ ਖਿਲਾਫ ਕੰਮ ਕਰੋ, ਕਾਨੂੰਨ ਦੇ ਖਿਲਾਫ ਕੰਮ ਕਰੋ, ਤੇ ਪਹਿਲਾਂ ਅਮਰੀਕਾ ਵਿੱਚ, ਕੈਨੇਡਾ ਵਿੱਚ, ਇੰਗਲੈਂਡ ਵਿੱਚ, ਜਰਮਨ ਵਿੱਚ, ਫਰਾਂਸ ਵਿੱਚ ਤੁਸੀਂ ਆਪਣੇ ਦੇਸ਼ ਦਾ ਕਾਨੂੰਨ ਤੋੜੋ, ਸਹੀ, ਫਿਰ ਸਾਨੂੰ ਕਿਹਾ ਜੇ। ਤੇ ਸਾਨੂੰ ਗੁੰਮਰਾਹ ਕਰ ਰਹੇ ਨੇ। ਜਿਹੜਾ ਦਾਸ ਨੇ ਕੰਮ ਕਰਕੇ ਦਿੱਤਾ ਉਹ ਕਨਸਟੀਟਿਊਸ਼ਨਲ ਹੈ। ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਕਦੇ ਵੀ ਸਿੱਖ ਨੇਸ਼ਨ ਦੇ ਜਿਹੜੇ ਵੀ ਸੂਝਵਾਨ, ਹਲੇ ਕੋਈ ਸੂਝਵਾਨ ਤਬਕਾ ਮੈਨੂੰ ਦਿਖ ਨਹੀਂ ਰਿਹਾ ਜੀ, ਸਾਰੇ ਮੈਂਟਲੀ ਡਿਸਟਰਬ ਨੇ, ਜਜ਼ਬਾਤੀ ਨੇ, ਜੀ, ਤੇ ਉੱਲਰ ਕੇ ਪੈਂਦੇ ਨੇ, ਪਰ ਖਾਲਿਸਤਾਨ ਨੂੰ ਲੁੱਟਣਾ ਚਾਹੁੰਦੇ ਨੇ। ਠੀਕ ਆ ਨਾ। ਜਦੋਂ ਕੋਈ ਸੁਹਿਰਦ ਆ ਗਏ, ਉਹ ਕਨਸਟੀਟਿਊਸ਼ਨਲੀ ਜਿਹੜੇ ਕੰਮ ਮੈਂ ਕੀਤੇ ਨੇ ਉਹਨਾਂ ਤੇ ਪੈਰ ਟਿਕਾ ਕੇ ਪੌੜੀ ਦਰ ਪੌੜੀ ਚੜ੍ਹਨਗੇ। ਦੇਖੋ, ਇਹ ਬੜੀ ਵੱਡੀ ਗੱਲ ਹੈ। ਉਸ ਦੇਸ਼ ਦੀ ਪਾਰਲੀਮੈਂਟ ਤੋਂ ਖਾਲਿਸਤਾਨ ਅਪਰੂਵ ਕਰਾ ਲੈਣਾ, ਜਿਹੜੀ ਦੇਸ਼ ਦੀ ਪਾਰਲੀਮੈਂਟ ਨੇ ਜੂਨ 84 ਦਾ ਅਟੈਕ ਕੀਤਾ ਬਈ ਤੁਸੀਂ ਖਾਲਿਸਤਾਨ ਮੰਗਦੇ ਹੋ। ਮੇਰੀ ਇਹ ਪ੍ਰਾਪਤੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਫਿਰ ਉਸ ਦੇਸ਼ ਵਿੱਚ ਖਾਲਿਸਤਾਨ ਦੇ ਏਜੰਡੇ ਨੂੰ ਆਨ ਬੈਲਟ ਪੀਸਫੁਲੀ ਲੈ ਆਉਣਾ, ਕਿ ਤੁਸੀਂ ਇਲੈਕਸ਼ਨ ਵਿੱਚ ਖੜੇ ਹੋ ਕੇ
ਖਾਲਿਸਤਾਨ ਲਈ ਵੋਟ ਮੰਗ ਸਕਦੇ ਹੋ। ਮੈਂ ਇੱਕ ਲੰਬੀ ਚ ਮੰਗੀ, ਜੀ। ਉਸ ਤੋਂ ਬਾਅਦ 2012 ਦੀਆਂ ਇਲੈਕਸ਼ਨਾਂ ਵਿੱਚ ਵੀ 5 ਬੰਦੇ ਖੜੇ ਕੀਤੇ। ਮੈਂ ਲਗਾਤਾਰ ਕਰ ਰਿਹਾ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਤੁਸੀਂ ਉੱਥੇ ਇਹਨਾਂ ਚੀਜ਼ਾਂ ਨੂੰ ਫਿਰ ਪੰਜਾਬ ਪੁਲਿਸ ਤੋਂ ਰਿਟਰਨ ਚ ਲੈ ਲੈਣਾ ਕਿ ਖਾਲਿਸਤਾਨ ਲਈ ਪੀਸਫੁਲੀ ਕੰਮ ਕਰਨਾ ਕੋਈ ਗੁਨਾਹ ਨਹੀਂ ਹੈ। ਮੈਂ ਰਿਟਰਨ ਚ ਲੈ ਕੇ ਦਿੱਤਾ ਕਿਉਂਕਿ ਡਰ ਬਹੁਤ ਜ਼ਿਆਦਾ ਸੀ। ਇਹ ਸਟੈਪ ਨੇ, ਇਹਨਾਂ ਸਟੈਪ ਫਿਰ ਇੰਟਰਨੈਸ਼ਨਲ ਕਮਿਊਨਿਟੀ ਚ UN ਵਿੱਚ ਤੁਸੀਂ ਪ੍ਰਮਾਣ ਕਰਾ ਲਿਆ ਵੀ ਅਸੀਂ ਡੈਮੋਕ੍ਰੈਟਿਕ ਹਾਂ, ਅਸੀਂ ਟੈਰਰਿਸਟ ਨਹੀਂ ਹਾਂ, ਜੀ। ਅਸੀਂ ਵੱਖਵਾਦੀ ਨਹੀਂ ਹਾਂ, ਅਸੀਂ ਅੱਤਵਾਦੀ ਨਹੀਂ ਹਾਂ, ਅਸੀਂ ਸੈਪਰੇਟਿਸਟ ਨਹੀਂ ਹਾਂ। ਜੀ। ਚਾਰੋਂ ਬਿੱਲੇ ਹਟਾ ਦਿੱਤੇ। ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜੀ। ਪਰ ਇਹਨਾਂ ਨੂੰ ਜਿਸ ਕੌਮ ਮੰਨੇਗੀ, ਧਾਰਨ ਕਰੇਗੀ, ਪ੍ਰੈਕਟੀਕਲੀ ਉਹਨਾਂ ਤੇ ਵਰਕ ਕਰੇਗੀ, ਪ੍ਰਾਪਤੀ ਤਾਂ ਲੋਕਾਂ ਨਾਲ ਹੀ ਹੋਣੀ ਹੈ ਨਾ ਜੀ। ਲੀਡਰ ਨੇ ਤਾਂ ਜੋ ਕਰਨਾ, ਭਿੰਡਰਾਂ ਵਾਲਿਆਂ ਨੇ ਸ਼ਹਾਦਤ ਦੇਣੀ ਸੀ ਉਹ ਦੇ ਗਏ, ਏਜੰਡਾ ਨੀਅਤ ਕਰ ਗਏ। ਭਾਈ ਅਮਰੀਕ ਸਿੰਘ ਸ਼ਹੀਦ ਦੇ ਗਏ, ਭਾਈ ਬੀਬੀ ਉਪਕਾਰ ਕੌਰ ਸ਼ਹੀਦੀ ਦੇ ਗਈ, ਬਾਬਾ ਥਾਰਾ ਸਿੰਘ, ਜਰਨਲ ਸ਼ਬੇਕ ਸਿੰਘ ਜੀ ਏਜੰਡੇ ਲਈ ਸ਼ਹੀਦ ਹੋ ਗਏ। ਹੁਣ ਸਾਡਾ ਫਰਜ਼ ਸੀ ਕਿ ਅਸੀਂ ਉਹਨੂੰ ਪੋਲੀਟੀਕਲੀ ਅਚੀਵ ਕਰੀਏ। ਪੋਲੀਟੀਕਲ ਅਚੀਵ ਕਰਨ ਦੇ ਪੈਰਾਮੀਟਰ ਸਾਰੇ ਮੈਂ ਤੈਅ ਕਰਾ ਦਿੱਤੇ, ਜੀ। ਤੁਹਾਨੂੰ ਅਧਿਕਾਰ ਲੈ ਕੇ ਦੇ ਦਿੱਤਾ। ਹੁਣ ਆ ਤਾਂ ਲੋਕਾਂ ਵਿੱਚ ਕਮਜ਼ੋਰੀ ਹੈ, ਪਾਰਟੀਆਂ ਵਿੱਚ ਕਮਜ਼ੋਰੀ ਹੈ, ਜਿਹੜੇ ਉਹ ਇਸ ਚੀਜ਼ ਨੂੰ ਅੱਗੇ ਨਹੀਂ ਵਧਾਉਂਦੇ। ਇਸ ਤੋਂ ਵੱਧ ਉਹ ਆਗੂ ਹੋਰ ਕੁਝ ਨਹੀਂ ਕਰ ਸਕਦਾ। ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ? ਮੈਂ ਜ਼ਿੰਦਗੀ 'ਚ ਖਾਲਿਸਤਾਨ ਲਈ ਜੰਮਿਆ ਸੀ ਜੀ, ਖਾਲਿਸਤਾਨ ਲਈ ਹੀ ਮਰਾਂਗਾ। ਮੇਰੀ ਸਾਰੀ ਅੱਜ ਤੱਕ ਦੀ ਜਿੰਨੀ ਗੱਲਬਾਤ ਹੈ, ਜਿੰਨੀਆਂ ਅਚੀਵਮੈਂਟ ਨੇ, ਜਿੰਨਾ ਮੈਂ ਘਰ ਬੈਠ ਕੇ ਸੌਂਦੇ ਉੱਠਦੇ ਬੈਠਦੇ ਗੱਲ ਕਰਦੇ ਸੋਚ ਕਰਨਾ, ਮੇਰਾ ਏਜੰਡਾ ਖਾਲਿਸਤਾਨ ਹੁੰਦਾ। ਮੈਂ ਹੁਣ C5 ਚੈਨਲ ਤੇ ਵੀ ਵਰਕ ਕਰ ਰਿਹਾ। ਉਸ ਨੂੰ ਹੀ ਮੈਂ ਨਾਨਕਸ਼ਾਹੀ ਖਾਲਿਸਤਾਨੀ ਪ੍ਰਣਾਲੀ ਨਾਲ ਅੱਗੇ ਤੋਰ ਰਿਹਾ ਜੀ। ਪੰਜਾਬ ਵਿੱਚ ਬੌਧਿਕ ਗੱਲਾਂ ਪਸੰਦ ਨਹੀਂ ਕੀਤੀਆਂ ਜਾਂਦੀਆਂ। ਸਹੀ ਗੱਲ ਆ ਤੁਹਾਡੀ। ਇੱਥੇ ਸੈਂਸੇਸ਼ਨਲ ਤੇ ਝੂਠ ਪਸੰਦ ਕੀਤਾ ਜਾਂਦਾ। TRP ਦੇ ਲੈਵਲ ਤੇ ਅਸੀਂ ਸਿਫਰ ਹਾਂ, ਪਰ ਅਚੀਵਮੈਂਟ ਤੇ ਅਸੀਂ ਸ਼ਿਖਰ ਤੇ ਹਾਂ। ਇਹ ਗੱਲਾਂ ਹਾਲੇ ਸਿੱਖ ਕੌਮ ਨੂੰ ਸਮਝ ਨਹੀਂ ਆ ਰਹੀਆਂ। ਤੀਸਰਾ, ਮੈਂ ਖਾਲਿਸਤਾਨ ਦੀ ਪਾਲਿਸੀਜ਼ ਲਈ, ਖਾਲਿਸਤਾਨ ਉਸ ਦਾ ਸੰਕਲਪ ਅਤੇ ਪ੍ਰਣਾਲੀ, ਪਹਿਲਾਂ ਇੱਕ ਪੁਸਤਕ ਦਿੱਤੀ ਸੀ, ਬਿਲਕੁਲ। ਹੁਣ ਉਸ ਨੂੰ ਨਵੇਂ ਸਿਰੇ ਤੋਂ ਸੋਧ ਰਿਹਾ, ਨਵੇਂ ਪਰਿਪੇਖ ਵਿੱਚ ਤਿਆਰ ਕਰ ਰਿਹਾ, ਕਿਉਂਕਿ ਉਸ ਤੋਂ ਬਾਅਦ ਮੈਂ ਬੜੀਆਂ ਪ੍ਰਾਪਤੀਆਂ ਹੋਰ ਕਰ ਦਿੱਤੀਆਂ ਤੇ ਉਹ ਮੈਂ ਬੜੀ ਛੇਤੀ ਕੌਮ ਨੂੰ ਦੇ ਦਾਂਗਾ। ਤੀਸਰੀ, ਪੰਜਾਬ ਵਿੱਚ ਤੇ ਸਿੱਖਾਂ ਵਿੱਚ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨੂੰ ਸਰਕਾਰੇ ਖਾਲਸਾ ਮੰਨਿਆ ਜਾਂਦਾ, ਜਦਕਿ ਉਹ ਸਰਕਾਰੇ ਖਾਲਸਾ ਵਾਲਾ ਸ਼ਾਸਨ ਕਾਲ ਨਹੀਂ ਸੀ, ਉਹ ਤਾਨਾਸ਼ਾਹੀ ਸੀ। ਅੱਛਾ। ਰਣਜੀਤ ਸਿੰਘ ਦੀ ਤਾਨਾਸ਼ਾਹੀ ਸੀ। ਅਚੀਵਮੈਂਟ ਬੜੀਆਂ ਨੇ, ਮੈਂ ਉਸ ਦੀ ਅਚੀਵਮੈਂਟ ਤੇ ਨਹੀਂ ਜਾ ਰਿਹਾ, ਪਰ ਖਾਲਸੇ ਦਾ ਡੈਮੋਕ੍ਰੈਟਿਕ ਗੁਣਤੰਤਰੀ ਜਿਹੜਾ ਸਿਸਟਮ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਸੀ। ਸਹੀ ਗੱਲ। ਖਾਲਸੇ ਦਾ ਅਸਲ ਸਿਸਟਮ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਨਾਨਕਸ਼ਾਹੀ ਮੋਹਰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ। ਸਰਕਾਰੇ ਖਾਲਸਾ ਦਾ ਕਨਸੈਪਟ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਸਰਕਾਰੇ ਖਾਲਸਾ ਦੀ ਨੌਕਰਸ਼ਾਹੀ ਲੋਕਾਂ ਦੀ ਸਰਵੈਂਟ ਹੋਏਗੀ, ਉਹ ਦੁਨੀਆ ਨੂੰ ਕਨਸੈਪਟ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ, ਜਿਹਨੂੰ ਬਾਅਦ ਵਿੱਚ ਪਬਲਿਕ ਸਰਵੈਂਟ ਦੇ ਤੌਰ ਤੇ ਅਪਣਾਇਆ ਗਿਆ। ਜੀ। ਉਹ ਨਾਨਕਸ਼ਾਹੀ ਨਜ਼ਰੀਏ ਤੋਂ, ਉਹ ਨਾਨਕਸ਼ਾਹੀ ਰਾਜ ਦੀ ਜਿਹੜੀ ਪਰਿਕਲਪਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਸੀ, ਉਸ ਦੀਆਂ ਮੈਂ ਸਾਰੀਆਂ ਪੁਰਾਣੀਆਂ ਨਿਸ਼ਾਨੀਆਂ ਲੱਭ ਰਿਹਾ, ਅੱਜ ਕੱਲ੍ਹ ਲੱਭ ਕੇ ਉਹਨਾਂ ਨੂੰ ਸਜੀਵ ਕਰ ਰਹੇ ਹਾਂ, ਲੋਕਾਂ ਤੱਕ ਪਹੁੰਚਾ ਰਹੇ ਹਾਂ। ਤੇ ਉਹਨਾਂ ਦੇ ਰਾਜ ਦਾ ਕੀ ਐਕਚੁਅਲ ਪੈਟਰਨ ਸੀ, ਕੀ ਢੰਗ ਸੀ, ਕੀ ਗੁਣਤੰਤਰ ਸੀ, ਕੀ ਉਹ ਉਸ ਵੇਲੇ ਉਹ ਡੈਮੋਕ੍ਰੈਟਿਕ ਸੀ ਕਿ ਉਹ ਵੀ ਤਾਨਾਸ਼ਾਹ ਸੀ। ਜੀ। ਇਹ ਸਾਰੀ ਤੇ ਮੇਰੀ ਬਹੁਤ ਛੇਤੀ ਕਿਤਾਬ ਆਉਣ ਵਾਲੀ ਹੈ। ਮੈਂ ਪਿਛਲੇ 10 ਸਾਲ ਸਿਰਫ ਐਸੇ ਚੀਜ਼ ਤੇ ਲਾਏ ਨੇ ਜੀ। ਮੈਂ ਇੱਕ ਇੱਕ ਥਾਂ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ, ਔਰ ਉਹਨਾਂ ਨੂੰ ਪੁਨਰ ਸੁਰਜੀਤ ਕਰਨ ਤੇ ਆਇਆ ਹੋਇਆ। ਬਹੁਤ ਮਿਹਰਬਾਨੀ ਖਾਲਸਾ ਜੀ। ਬਹੁਤ ਬਹੁਤ ਸੁਖਨਾ ਸਿੰਘ ਜੀ, ਆਪ ਜੀ ਦਾ ਧੰਨਵਾਦ। ਇੰਨੀ ਦੂਰੋਂ ਤੁਸੀਂ ਆ ਕੇ ਇੰਨੀ ਸੁਹਿਰਦਤਾ ਨਾਲ ਗੱਲ ਕੀਤੀ, ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੱਲ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਹੋਰਾਂ ਨਾਲ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਚੋਬਣ ਗਈਆਂ, ਪਰ ਚੋਬਣ ਗਿਆ ਹੂੜ ਮੱਤਾਂ ਨੂੰ। ਜਦੋਂ ਤੁਸੀਂ ਨਿਮਰਤਾ ਦੇ ਨਾਲ, ਸੁਹਿਰਦਤਾ ਦੇ ਨਾਲ, ਤੇ ਜਦੋਂ ਸਿਰਫ ਤੇ ਸਿਰਫ ਇਹ ਦੇਖੋਗੇ ਕਿ ਕਨਸੈਪਟ ਕੀ ਹੈ, ਇਹ ਸੋਚ ਕੀ ਹੈ, ਗੱਲ ਕਿੱਥੋਂ ਆਈ, ਕਿੱਧਰ ਨੂੰ ਜਾ ਰਹੀ ਹੈ, ਉਦੋਂ ਸ਼ਾਇਦ ਤੁਹਾਨੂੰ ਇਹ ਸਮਝ ਆਊਗੀ। ਜਿੱਥੇ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਕਿ ਅਸੀਂ ਪੰਜਾਬੀ ਹਾਂ ਜਿਹੜੇ ਸੈਂਸੇਸ਼ਨਲ ਚੀਜ਼ਾਂ ਵੱਲ ਵੱਧ ਭੱਜਦੇ ਹਾਂ, ਬੌਧਿਕਤਾ ਤੋਂ ਦੂਰ ਹਾਂ, ਇਹ ਸੱਚੀ ਸਾਡੀ ਸਭ ਤੋਂ ਮੰਦਭਾਗੀ ਕੜੀ ਦਾ ਇੱਕ ਰੂਪ ਹੈ ਕਿ ਅਸੀਂ ਸ਼ੋਸ਼ੇਬਾਜ਼ੀ ਨੂੰ ਬਹੁਤ ਪਸੰਦ ਕਰਦੇ ਹਾਂ। ਐਕਚੁਅਲ ਦੇ ਵਿੱਚ ਕੀ ਹੈ
ਉਹ ਤੋਂ ਦੂਰ ਹੋ ਰਹੇ ਹਾਂ ਤੇ ਅਸੀਂ ਤੁਹਾਨੂੰ ਉਸੇ ਮੂਲ ਧੁਰੇ ਦੇ ਨੇੜੇ ਕਰਨ ਦਾ ਯਤਨ ਕਰਦੇ ਹਾਂ ਜਿਹਨੂੰ ਬੌਧਿਕਤਾ ਕਿਹਾ ਜਾਂਦਾ। ਕਿਵੇਂ ਲੱਗੀ ਗੱਲਬਾਤ ਜ਼ਰੂਰ ਦੱਸ ਦਿਓ। ਜੇ ਚੰਗੀ ਲੱਗੀ ਸ਼ੇਅਰ ਤਾਂ ਹੀ ਕਰਿਓ।